ਵਾਹਿਗੁਰੂ ਸਾਹਿਬ ਜੀਓ। ਸ੍ਰੀ ਮੁਖ ਵਾਕ। ਇਕ ਆਵਹਿ ਇਕ ਜਾਹੇ ਉਠ, ਰਖੀਐ ਨਾਭ ਸਲਾਰ। ਇਕ ਉਪਾਏ ਮੰਗਤੇ, ਇਕ ਨਾ ਵੱਡੇ ਦਰਬਾਰ। ਅੱਗੇ ਗਿਆ ਜਾਣੀਐ, ਬਿਨੁ ਨਾਵੈ ਵੇਕਾਰ। ਇਕ ਆਵਹਿ ਇਕ ਜਾਹੇ ਉਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਇਹਨਾਂ ਦਾ ਪਾਵਨ ਪਵਿੱਤਰ ਇਤਿਹਾਸ ਬਾਲ ਲੀਲਾ ਸ਼ਰਵਣ ਕਰ ਰਹੇ ਹਾਂ, ਜੋ ਪਾਂਧੇ ਪ੍ਰਤੀ ਉਪਦੇਸ਼ ਮਹਾਰਾਜ ਦੇ ਰਹੇ ਨੇ। ਸੋ ਇਸ ਤਰ੍ਹਾਂ 2 ਪੌੜੀਆਂ ਤੱਕ ਮਹਾਰਾਜ ਨੇ ਉਪਦੇਸ਼ ਦੇ ਕੇ ਤੀਸਰੀ ਪੌੜੀ ਦੇ ਵਿੱਚ ਹੁਣ ਉਪਦੇਸ਼ ਬਖਸ਼ਿਸ਼ ਕਰਨਗੇ। ਪਿਆਰ ਨਾਲ ਸਤਿਗੁਰੂ ਮਹਾਰਾਜ ਦਾ ਉਪਦੇਸ਼ ਆਪਾਂ ਵੀ ਸ਼ਰਵਣ ਕਰੀਏ ਕਿ ਕਿਸ ਪ੍ਰਕਾਰ ਸੰਸਾਰ ਦੇ ਅੰਦਰ ਪੁੱਛਿਆ ਸੀ ਕਿ ਵੱਡੇ ਵੱਡੇ ਰਾਜੇ ਮਹਾਰਾਜੇ ਬੜਾ ਐਸ਼ੋ ਆਰਾਮ ਕਰਕੇ ਜਾਂਦੇ ਨੇ, ਸਾਰੀ ਜ਼ਿੰਦਗੀ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ। ਸੋ ਇਹ ਕੀ ਕਾਰਨ ਹੈ? ਇੱਕ ਉਹ ਨੇ ਜਿਹੜੇ ਰੱਬ ਦੀ ਭਗਤੀ ਕਰਦੇ ਨੇ, ਉਹਨਾਂ ਨੂੰ ਦੁੱਖ ਤਕਲੀਫ ਕੰਗਾਲੀ ਕਈ ਕੁਝ ਮਿਲ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਪਾਂਧੇ ਨੂੰ ਕਿ ਐਸੀ ਗੱਲ ਵੀ ਨਹੀਂ ਹੈ। ਇਹ ਵੀ ਨਾਲ ਦੇਖਿਆ ਕਰੋ ਕਿ ਮਨਮੁਖ ਦਾ ਸੰਸਾਰ ਚੋਂ ਜਾਣਾ ਅਤੇ ਗੁਰਮੁਖਾਂ ਦਾ ਜਾਣਾ ਬਹੁਤ ਫਰਕ ਹੁੰਦਾ। ਗੁਰਮੁਖ ਸੁਰਖਰੂ ਹੋ ਕੇ ਸੰਸਾਰ ਦੇ ਅੰਦਰੋਂ ਸਦਾ ਲਈ ਅਕਾਲ ਪੁਰਖ ਦੇ ਚਰਨਾਂ 'ਚ ਸਮਾ ਜਾਂਦੇ ਨੇ। ਮਨਮੁਖ ਨੇ 4 ਦਿਨ ਜੇ ਐਸ਼ ਕੀਤੀ ਵੀ ਹੈ, ਉਹਦੇ ਲਈ ਅੱਗੇ 84 ਦਾ ਗੇੜਾ ਵੀ ਹੈ, ਨਰਕ ਵੀ ਹੈ, ਬਹੁਤ ਕੁਝ ਹੈ। ਇੱਕੋ ਹੀ ਚੀਜ਼ ਨਾ ਦੇਖਿਆ ਕਰੋ, ਸਾਰਾ ਕੁਝ ਦੇਖਿਆ ਕਰੋ। ਬਾਕੀ ਰਾਜੇ ਮਹਾਰਾਜੇ ਨੇ ਤਪ ਕੀਤਾ ਹੁੰਦਾ ਪਿਛਲਾ, ਉਹਦੇ ਕਰਕੇ ਉਹਨੂੰ ਥੋੜਾ ਬਹੁਤ ਐਸ਼ੋ ਆਰਾਮ ਮਿਲ ਤਾਂ ਜਾਂਦਾ। ਜਦੋਂ ਉਹਦੇ ਪੁੰਨ ਬਿਲਕੁਲ ਖਤਮ ਹੋ ਜਾਂਦੇ ਨੇ ਤਾਂ ਉਹ ਵੀ ਸਧਾਰਨ ਮਨੁੱਖ ਕੰਗਾਲ ਜਾਂ ਫਿਰ 84 ਦੇ ਕਿਸੇ ਗੇੜੇ ਵਿੱਚ ਪੈ ਜਾਂਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਮਝਾ ਰਹੇ ਨੇ। ਕਈ ਬੰਦਿਆਂ ਦੇ ਹੁਣ ਵੀ ਐਸੇ ਸ਼ੰਕੇ ਹੁੰਦੇ ਨੇ ਕਿ ਅਸੀਂ ਬਾਣੀ ਪੜ੍ਹਦੇ ਹਾਂ, ਸਾਨੂੰ ਤਾਂ ਤਕਲੀਫਾਂ ਨੇ। ਕਈ ਬੰਦੇ ਐਸ਼ ਪ੍ਰਸਤੀ ਕਰੀ ਜਾਂਦੇ, ਉਹਨਾਂ ਨੂੰ ਰੱਬ ਕੁਝ ਵੀ ਨਹੀਂ ਕਹਿੰਦਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਨੇ। ਪਿਆਰ ਨਾਲ ਸ਼ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਸ੍ਰੀ ਮੁਖ ਵਾਕ। ਇਕ ਆਵਹਿ ਇਕ ਜਾਹੇ ਉਠ, ਰਖੀਐ ਨਾਭ ਸਲਾਰ। ਇੱਕ ਸੰਸਾਰ ਦੇ ਅੰਦਰ ਆਉਂਦੇ ਨੇ ਜੀਵ ਜੰਮ ਕੇ, ਇੱਕ ਜਾਹੇ ਉੱਠ, ਇੱਕ ਉੱਠ ਕੇ ਚਲੇ ਜਾਂਦੇ ਹਨ ਸੰਸਾਰ ਚੋਂ, ਭਾਵ ਸਰੀਰ ਛੱਡ ਕੇ ਚੜ੍ਹਾਈ ਕਰ ਜਾਣੀ। ਰੱਖੀਐ ਨਾਭ ਸਲਾਰ। ਸਲਾਰ ਤੋਂ ਭਾਵ ਸਿਪਾ ਸਲਾਰ ਜਾਂ ਸਰਦਾਰ। ਸਰਦਾਰ ਕਹਿੰਦੇ ਸੀ ਜਿਹੜਾ ਬਹੁਤ ਸਾਰੀਆਂ ਫੌਜਾਂ ਦਾ ਜਰਨਲ ਹੋਵੇ, ਸੋ ਉਹਨੂੰ ਸਰਦਾਰ ਕਹਿਣਾ, ਵੱਡਾ ਸਰਦਾਰ ਹੈ। ਇਸ ਕਰਕੇ ਵੱਡੇ ਵੱਡੇ ਉਹਨਾਂ ਦੇ ਨਾਮ ਰੱਖਣੇ, ਸਿਪਾ ਸਲਾਰ ਰੱਖਣਾ। ਪਰ ਇੱਕ ਗੱਲ ਦਾ ਖਿਆਲ ਕਰੋ, ਇਕ ਉਪਾਏ ਮੰਗਤੇ, ਇਕ ਨਾ ਵੱਡੇ ਦਰਬਾਰ। ਇੱਕ ਮੰਗਤੇ ਪੈਦਾ ਕੀਤੇ ਨੇ ਸੰਸਾਰ ਦੇ ਅੰਦਰ, ਉਹ ਮੰਗੀ ਜਾਂਦੇ ਨੇ। ਇੱਕ ਇਹਨਾਂ ਨੂੰ ਵੱਡੇ ਵੱਡੇ ਦਰਬਾਰ ਦਿੱਤੇ ਹੋਏ ਨੇ, ਰਾਜੇ ਬਣਾਏ ਹੋਏ ਨੇ। ਅੱਗੇ ਗਿਆ ਜਾਣੀਐ, ਬਿਨ ਨਾਵੈ ਵੇਕਾਰ। ਇਹ ਤਾਂ ਅੱਗੇ ਪਰਲੋਕ ਵਿੱਚ ਗਿਆ ਹੀ ਪਤਾ ਲੱਗਦਾ ਹੈ
ਨਾਮ ਤੋਂ ਬਿਨਾ ਅੱਗੇ ਬੰਦਾ ਬੇਕਾਰ ਹੀ ਹੈ। ਜਿੰਨਾ ਮਰਜੀ ਇੱਥੇ ਐਸ਼ ਕਰ ਲਵੇ, ਵੱਡਾ ਨਾਮ ਲਿਖਾ ਲਵੇ, ਰਾਜਾ ਬਣ ਜਾਵੇ, ਪਰ ਲੋਕ ਦੇ ਵਿੱਚ ਇੱਕ ਨਾਮ ਦੇਖਿਆ ਜਾਂਦਾ ਹੈ। ਪਰ ਲੋਕ ਵਿੱਚ ਦੇਖਿਆ ਜਾਂਦਾ ਹੈ ਇਸ ਮਨੁੱਖ ਨੇ ਇਨਸਾਨੀਅਤ ਕਿੰਨੀ ਕੁ ਨਿਭਾਈ ਹੈ, ਇਸ ਮਨੁੱਖ ਨੇ ਦੁਨੀਆ ਦਾ ਕਿੰਨਾ ਕੁ ਭਲਾ ਕੀਤਾ ਹੈ, ਇਹਨੇ ਕਿੰਨਾ ਕੁ ਸਦਭਾਵਨਾ ਦਿਖਾਈ ਸੰਸਾਰ ਦੇ ਅੰਦਰ, ਭਗਤੀ ਕਿੰਨੀ ਕੀਤੀ ਹੈ, ਕਿੰਨਿਆਂ ਜੀਵਾਂ ਨੂੰ ਪਰੇਸ਼ਾਨ ਕੀਤਾ ਹੈ ਜਾਂ ਕਿੰਨਿਆਂ ਨੂੰ ਖੁਸ਼ ਕੀਤਾ, ਭਾਵ ਆਤਮਾ ਪ੍ਰਸੰਨ ਕੀਤੀ ਕਿੰਨਿਆਂ ਦੀ, ਕਿੰਨਿਆਂ ਨੂੰ ਇਸ ਜੀਵ ਨੇ ਰੋਟੀ ਆਦਿ ਖਵਾਈ, ਦਾਨ ਪੁੰਨ ਕੀਤੇ ਨੇ, ਇਹ ਵੀ ਨਾਲ ਦੇਖਿਆ ਜਾਂਦਾ। ਪਰ ਮੁੱਖ ਚੀਜ਼ ਨਾਮ ਹੁੰਦਾ। ਨਾਮ, ਕਿਉਂਕਿ ਨਾਮ ਵੱਡੀ ਚੀਜ਼ ਹੈ। ਬਿਨ ਗੁਣ ਕੀਤੇ ਭਗਤ ਨਾ ਹੋਏ। ਭਗਤੀ ਨਹੀਂ ਹੁੰਦੀ ਸ਼ੁਭ ਗੁਣਾਂ ਤੋਂ ਬਿਨਾਂ। ਇਸ ਕਰਕੇ ਸ਼ੁਭ ਗੁਣੀ ਹੋਣਾ ਤੇ ਭਗਤੀ ਕਰਨੀ, ਇਹ ਮਹਾਰਾਜ ਕਹਿੰਦੇ ਇੱਕ ਵੱਡੀ ਬਖਸ਼ਿਸ਼ ਹੁੰਦੀ ਹੈ। ਦੋਹਰਾ ਤਪ ਕੀਏ ਜਿਨ ਹੈ ਸੁਬਾਸਨਾ, ਜਨਮ ਅੰਤ ਧਰ ਸੋਏ। ਜਿਨ੍ਹਾਂ ਨੇ ਤਪ ਕੀਤਾ ਹੈ, ਬਹੁਤ ਜ਼ਿਆਦਾ ਤਪ ਕਰਨ ਵਾਲੇ ਸਾਧੂ ਸੰਤ, ਉਹਨਾਂ ਨੇ, ਕਈਆਂ ਨੇ ਉਹਨਾਂ ਵਿੱਚੋਂ ਸਬਾਸ਼ਨਾ, ਸਹਿਤ ਬਾਸ਼ਨਾ ਦੇ ਤਪ ਕੀਤਾ ਹੈ। ਕੋਈ ਕਰਦਾ ਜਿਵੇਂ ਧਰੂ ਨੇ ਕੀਤਾ ਤਪ, ਪਹਿਲਾਂ ਤਾਂ ਰਾਜ ਵਾਸਤੇ ਭਗਤੀ ਕੀਤੀ, ਚਲੋ ਵੱਖਰੀ ਗੱਲ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਕਈਆਂ ਨੇ ਬਾਸ਼ਨਾ ਰੱਖ ਕੇ ਜਿਹੜੀ ਚੀਜ਼ ਤਪ ਕੀਤਾ ਹੁੰਦਾ ਹੈ, ਉਹ ਚੀਜ਼ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਪਾਏ ਰਾਜ ਜਗ ਵਿਖੈ ਫਸ, ਨਰਕ ਗਮਨ ਪੁਨ ਹੋਏ। ਹੁਣ ਜਿਨ੍ਹਾਂ ਨੇ ਵਾਸ਼ਨਾ ਰੱਖ ਕੇ ਕੀਤੀ ਹੈ, ਉਹ ਫਿਰ ਅਨੇਕਾਂ ਜਨਮ ਅੱਗੇ ਹੋਰ ਪ੍ਰਾਪਤ ਕਰਦੇ ਨੇ। ਅਤੇ ਇਸੇ ਪ੍ਰਕਾਰ ਤਪ ਕਰਦੇ ਨੇ ਜਦੋਂ ਤਾਂ ਰਾਜ ਮਿਲਦਾ ਜੱਗ ਦੇ ਵਿੱਚ। ਬਾਅਦ ਵਿੱਚ ਰਾਜ ਦੇ ਆਸਰੇ ਗਲਤੀਆਂ ਕਰਕੇ ਨਰਕਾਂ ਨੂੰ ਚਲੇ ਜਾਂਦੇ ਨੇ, ਕਿਉਂਕਿ ਇੱਕ ਕਹਾਵਤ ਹੈ, ਤਪੋਂ ਰਾਜ ਤੇ ਰਾਜੋਂ ਨਰਕ। ਰਾਜ ਵਿੱਚ ਹੁੰਦਿਆਂ ਹੋਇਆਂ ਬੰਦੇ ਨੂੰ ਬਹੁਤ ਹੰਕਾਰ ਹੋ ਜਾਂਦਾ, ਇੱਥੋਂ ਤੱਕ ਵੀ ਬੰਦਾ ਇਹ ਸਮਝਦਾ ਕਿ ਮੈਂ ਹੀ ਰੱਬ ਹਾਂ। ਜਿਵੇਂ ਹਰਨਾਕਸ਼ ਨੇ ਸਮਝ ਲਿਆ, ਰਾਵਣ ਨੇ ਸਮਝ ਲਿਆ, ਹੋਰ ਬੜੇ ਬੜੇ ਰਾਜੇ ਦੁਨੀਆ 'ਚ ਹੋਏ ਨੇ ਆਪਣੇ ਆਪ ਨੂੰ। ਇਹ ਕੁਦਰਤੀ ਹੈ, ਕਿਉਂਕਿ ਮਨੁੱਖ ਕੋਟੀ 'ਚ ਆ ਜਾਂਦਾ ਜੀਵ। ਜਦੋਂ ਜੀਵ ਕੋਟੀ ਵਿੱਚ ਇਹ ਚੀਜ਼ ਹੈ, ਕਰੋੜਾਂ ਵਿੱਚੋਂ ਕੋਈ ਇੱਕ ਬੰਦਾ ਬਹੁਤ ਘੱਟ ਸਾਧੂ ਸੁਭਾਅ ਮਿਲਦਾ, ਅੱਛੇ ਸੁਭਾਅ, ਸਾਧੂ ਸੁਭਾਅ, ਪਰਉਪਕਾਰ ਸੁਭਾਅ ਵਾਲਾ। ਨਹੀਂ ਤਾਂ ਸਧਾਰਨ ਮਨੁੱਖ ਦੇ ਅੰਦਰ ਮਨੁੱਖੀ ਗੱਲਾਂ ਹੀ ਹੁੰਦੀਆਂ ਨੇ, ਜਿਨ੍ਹਾਂ ਨੂੰ ਦੇਖਦੇ ਹੀ ਪਤਾ ਲੱਗ ਜਾਂਦਾ ਕਿ ਮਨੁੱਖੀ ਜਿਹਾ ਸਧਾਰਨ ਵਿਅਕਤੀ ਹੈ। ਕਿਉਂਕਿ ਸਧਾਰਨ ਵਿਅਕਤੀ ਸਧਾਰਨ ਹੀ ਹੁੰਦੇ ਨੇ, ਇੱਕ ਵਿਸ਼ੇਸ਼ ਹੁੰਦੇ ਨੇ, ਇੱਕ ਉਸ ਤੋਂ ਫਿਰ ਵਿਸ਼ੇਸ਼ ਹੁੰਦੇ ਨੇ, ਜਿਨ੍ਹਾਂ ਨੂੰ ਦੇਖਦੇ ਹੀ ਪਤਾ ਲੱਗ ਜਾਂਦਾ ਇਹ ਮਹਾਨ ਪੁਰਸ਼ ਹੈ। ਇਉਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇੱਕ ਸਿਰਫ ਇੱਛਾ ਰੱਖਦੇ ਨੇ ਰਾਜ ਦੀ, ਉਹਨਾਂ ਨੂੰ ਤਪ ਕਰਕੇ ਰਾਜ ਮਿਲਦਾ ਹੈ। ਚੌਪਈ ਪਾਤਸ਼ਾਹੇ ਰਖਿਆ ਹੈ ਇੱਕ ਨਾਮ। ਹੁਣ ਜਿਨ੍ਹਾਂ ਦੇ ਚੰਗੇ ਕਰਮ ਕੀਤੇ ਹੁੰਦੇ ਨੇ, ਤਪ ਕੀਤੇ ਹੁੰਦੇ ਨੇ, ਪੈਸਾ ਬਹੁਤ, ਫੌਜਾਂ ਆ ਗਈਆਂ, ਉਹਦਾ ਨਾਮ ਪਾਤਸ਼ਾਹ ਹੁੰਦਾ, ਮਨੁੱਖ ਹੀ ਹੈ। ਉਹਦਾ ਨਾਂ ਲੋਕੀ ਪੈਸੇ ਕਰਕੇ ਪਾਤਸ਼ਾਹ ਰੱਖ ਦਿੰਦੇ ਹਨ। ਇੱਕ ਜਾਚਕ ਜਾਚਹਿ ਤਿਨ ਧਾਮ। ਇੱਕ ਉਹਨਾਂ ਦੇ ਘਰੇ ਜਾਚਕ ਮੰਗਤੇ ਬਣ ਕੇ ਰਾਜੇ ਦੇ ਮਹਿਲਾਂ ਦੇ ਅੱਗੇ ਮੰਗਤਿਆਂ ਦੀ ਬੜੀ ਭਾਰੀ ਭੀੜ ਲੱਗੀ ਰਹਿੰਦੀ ਹੈ। ਕਿੰਚਤਾ ਦਿਨ ਕੇ ਇਹਾਂ ਬਿਲਾਸਾ। ਕੁਛ ਕੁ ਚਿਰ ਦੇ ਇੱਥੇ ਭੋਗ ਵਿਲਾਸ ਹੁੰਦੇ ਨੇ, ਬਹੁਤਾ ਚਿਰ ਨਹੀਂ ਹੁੰਦੇ। ਥੋੜਾ ਜਿਹਾ ਸਮਾਂ ਉਹਨਾਂ ਨੇ ਆਪਣੀ ਐਸ਼ੋ ਇਸ਼ਰਤ ਕੀਤੀ। ਇਸ ਤਰ੍ਹਾਂ ਆਪਣੇ ਵਰਗੇ ਸੋਚਦੇ ਨੇ ਵੀ ਇਹ ਬੰਦਾ ਬੜੀਆਂ ਮੌਜਾਂ ਕਰਦਾ, ਬੜੇ ਸੁੱਖ ਲੈ ਰਿਹਾ ਹੈ, ਥੋੜਾ ਸਮਾਂ ਭੋਗ ਵਿਲਾਸ ਕਰਦਾ ਹੈ। ਫਸਿਓ ਮੰਦ ਬਿਸਰਿਓ ਜਮ ਤਰਾਸਾ। ਇਉਂ ਜਦੋਂ ਮੰਦ ਬਾਸ਼ਨਾ ਵਿੱਚ ਫਸ ਜਾਂਦਾ ਹੈ,
ਜਮਾਂ ਦਾ ਡਰ ਭੁੱਲ ਜਾਂਦਾ। ਇਹ ਵੀ ਕੁਦਰਤੀ ਹੈ ਕਿ ਮਾਇਆ ਸਿਰ ਤੇ ਪੈ ਗਈ, ਯਮਦੂਤਾਂ ਦਾ ਡਰ ਦੂਰ ਹੋ ਗਿਆ। ਮਹਾਰਾਜ ਕਹਿੰਦੇ ਨੇ ਮੈਨੂੰ ਤਾਂ ਹਰ ਵਕਤ ਪ੍ਰਮਾਤਮਾ ਸਾਹਮਣੇ ਨਜ਼ਰ ਆਉਂਦੇ ਨੇ, ਮੈਂ ਉਹਨਾਂ ਦੇ ਭੈ ਦੇ ਅੰਦਰ ਰਹਿੰਦਾ ਹਾਂ। ਭੈ ਤੇਰਾ ਡਰ ਅਗਲਾ, ਅੱਗੇ ਜਾ ਕੇ ਦੱਸਣਗੇ ਖਪ ਖਪ ਛੇਜਿਆ ਦੇਹ। ਕਹਿੰਦੇ ਮੈਂ ਤਾਂ ਪ੍ਰਮਾਤਮਾ ਤੋਂ ਹਰ ਵਕਤ ਹੀ ਡਰ ਕੇ ਰਹਿੰਦਾ ਹਾਂ, ਕਿਉਂਕਿ ਮੈਨੂੰ ਉਹਦਾ ਪਤਾ ਹੈ ਕਿ ਉਹ ਕਿੰਨਾ ਕੁ ਵੱਡਾ ਹੈ, ਕਿ ਉਹ ਕੀ ਕਰ ਸਕਦਾ ਹੈ। ਸਾਨੂੰ ਸਮਝਾਉਣ ਲਈ ਐਸਾ ਸ਼ਬਦ ਦੇ ਰਾਹੀਂ ਦੱਸਦੇ ਹਨ। ਆਗੈ ਗਏ ਹਿਰਦੇ ਤਬ ਜਾਣੈ। ਹੁਣ ਜਦੋਂ ਅੱਗੇ ਗਏ ਪਰਲੋਕ ਦੇ ਵਿੱਚ, ਇੱਥੇ ਪੈਸੇ ਕਰਕੇ ਜੈ ਜੈਕਾਰ ਸੀ, ਸਤਿਕਾਰ ਸੀ। ਅੱਗੇ ਪਰਲੋਕ ਵਿੱਚ ਜਦੋਂ ਗਏ ਉੱਥੇ ਕੋਈ ਪੁੱਛਦਾ ਤੱਕ ਨਹੀਂ, ਕੋਈ ਨਹੀਂ ਪੁੱਛਦਾ ਹੈ। ਤੇ ਇਸ ਕਰਕੇ ਉੱਥੇ ਬਹੁਤ ਨਿੰਮੋਂ ਝੂਣੇ ਹੋ ਕੇ ਬੈਠੇ ਹੁੰਦੇ ਨੇ, ਬੁਰੀ ਹਾਲਤ ਹੁੰਦੀ ਹੈ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ। ਇਹ ਗੱਲ ਮਹਾਰਾਜ ਨੇ ਜੋ ਬਚਨ ਕੀਤੇ ਨੇ ਬਾਣੀ 'ਚ, ਕਿਉਂ ਬਾਣੀ ਦੇ ਬਚਨ ਤਾਂ ਸੱਤ ਹੀ ਸੱਤ ਨੇ। ਜਿਵੇਂ ਪਟਿਆਲੇ ਇੱਕ ਬੰਦਾ ਕਾਫੀ ਜ਼ਿਆਦਾ ਕੰਮਕਾਰ ਸਕੂਲ ਚਲਾਉਣਾ, ਪਰ ਅੰਮ੍ਰਿਤ ਨਹੀਂ ਛਕਿਆ, ਕਹਿਣਾ ਨਹੀਂ ਮੈਨੂੰ ਤਾਂ ਮਾਫ ਹੀ ਆ ਸਾਰਾ ਕੁਛ, ਉਹਦਾ ਸੇਵਾ ਕਰੀ ਜਾਣੀ। ਅਚਾਨਕ ਐਕਸੀਡੈਂਟ ਹੋ ਕੇ ਚੜ੍ਹਾਈ ਕਰ ਗਿਆ। ਉਹਦਾ ਸਹਿਜ ਪਾਠ ਘਰਦਿਆਂ ਨੇ ਰੱਖਿਆ। ਉਹਨਾਂ ਦੀ ਲੜਕੀ ਦੇਗ ਬਣਾ ਰਹੀ ਸੀ, ਭਈ ਸਹਿਜ ਪਾਠ ਦਾ ਭੋਗ ਪਾਉਣਾ। ਉਹਨੇ ਮੈਨੂੰ ਆ ਕੇ ਦੱਸਿਆ, ਕਹਿੰਦੇ ਪਿਤਾ ਜੀ ਅੱਜ ਮੇਰੇ ਕੋਲ ਖੜ ਗਏ ਆ ਕੇ, ਹੱਥ ਜੋੜੇ ਹੋਏ ਨੇ, ਨੀਵੀਂ ਪਾਈ। ਕਹਿੰਦੀ ਫਿਰ ਮੈਂ ਵੀ ਟਕੇ ਵਰਗਾ ਜਵਾਬ ਦਿੱਤਾ, ਪਿਤਾ ਜੀ ਜਦ ਤੁਹਾਨੂੰ ਕਹਿੰਦੇ ਸੀ ਅੰਮ੍ਰਿਤ ਛਕ ਲਓ, ਉਦੋਂ ਤੁਸੀਂ ਬੜੇ ਹੰਕਾਰ 'ਚ ਬੋਲਦੇ ਸੀ ਮੈਨੂੰ ਲੋੜ ਨਹੀਂ। ਹੁਣ ਤੁਸੀਂ ਨੀਵੀਂ ਪਾ ਪਾ ਕੇ ਖੜਦੇ ਹੋ, ਹੁਣ ਸਾਡੇ ਕੋਲ ਤਾਂ ਤੁਹਾਡਾ ਕੋਈ ਇਲਾਜ ਨਹੀਂ ਹੈ। ਜਿਉਂਦੇ ਜੀ ਅਸੀਂ ਤੁਹਾਡਾ ਇਲਾਜ ਕਰ ਸਕਦੇ ਸੀ, ਹੁਣ ਸਹਿਜ ਪਾਠ ਕਰ ਰਹੇ ਹਾਂ, ਇਹਦਾ ਫਲ ਤੁਹਾਨੂੰ ਮਿਲੇਗਾ। ਬਸ ਉਹ ਜਿੱਦਾਂ ਬੰਦਾ ਬਹੁਤ ਪਛਤਾਵੇ 'ਚ ਖੜਾ ਹੁੰਦਾ, ਕਹਿੰਦੀ 3-4 ਵਾਰੀ ਐਂ ਦਿਖੀ ਜਾਂਦਾ ਆ ਕੇ ਪਛਤਾਵੇ 'ਚ ਹੀ ਖੜਾ। ਮਨੁੱਖ ਨੂੰ ਅਸਲ ਵਿੱਚ ਮਰਨ ਤੋਂ ਬਾਅਦ ਪਤਾ ਲੱਗਦਾ ਹੈ, ਪਛਤਾਵਾ ਤਾਂ ਬਾਅਦ ਵਿੱਚ ਹੁੰਦਾ ਹੈ। ਪਹਿਲਾਂ ਜਿਉਂਦੇ ਜੀ ਤਾਂ ਬੜੀ ਹੈਂਕੜ ਹੁੰਦੀ ਹੈ, ਬਾਅਦ ਵਿੱਚ ਜ਼ੀਰੋ ਹੋ ਜਾਂਦਾ ਬਿਲਕੁਲ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜੋ ਕੁਝ ਹੁਣ ਜਿਉਂਦੇ ਜੀ ਹੈ ਇਹਨੇ ਨਾਲ ਨਹੀਂ ਜਾਣਾ। ਜਾਂ ਮਰਨ ਤੋਂ ਬਾਅਦ ਸਭ ਕੁਝ, ਸਰੀਰ, ਪੈਸਾ, ਰਿਸ਼ਤੇਦਾਰ, ਦੋਸਤ ਮਿੱਤਰ, ਪਦਾਰਥ, ਇੱਥੋਂ ਛੱਡ ਕੇ ਜਾਣਾ, ਸਭ ਕੁਝ ਛੱਡ ਜਾਣਾ। ਤੇ ਅੱਗੇ ਕੀ ਜਾਣਾ? ਨਾਮ। ਤਾਈਓ ਸਤਿਗੁਰੂ ਕਹਿੰਦੇ ਨੇ ਵਿਣ ਨਾਵੈ ਬੇਕਾਰ। ਅੱਗੇ ਗਏ ਸੰਯਾਪਸਨ ਚੋਟਾਂ ਖਾਸੀ ਕੌਣ। ਇਸ ਕਰਕੇ ਥੋੜਾ ਥੋੜਾ ਅਭਿਆਸ ਕਰਦੇ ਰਹੋ। ਪਰਲੋਕ ਲਈ ਜੋੜੋ ਜ਼ਿਆਦਾ, ਇੱਥੋਂ ਲਈ ਸਿਰਫ ਖਾਣ ਜੋਗਾ ਬਹੁਤ ਹੈ। ਜਦ ਇੱਥੋਂ ਲੈ ਕੇ ਹੀ ਨਹੀਂ ਜਾਣਾ, ਇੰਨਾ ਟੁੱਟ ਟੁੱਟ ਮਰਨ ਦੀ ਲੋੜ ਵੀ ਨਹੀਂ ਹੈਗੀ। ਜਿੰਨੀ ਕੁ ਲੋੜ ਹੈ ਵਾਹਿਗੁਰੂ ਨੇ ਉਨੀ ਪਰਾਲਬਧ ਮੱਥੇ ਤੇ ਲਿਖੀ ਹੁੰਦੀ ਹੈ। ਹਰੇਕ ਦੇ ਮਸਤਕ ਤੇ ਸਭ ਕੁਝ ਲਿਖਿਆ ਹੀ ਹੁੰਦਾ, ਉਹਦੀ ਪਿਛਲੀ ਕੀਤੀ ਕਿਰਤ ਦੇ ਮੁਤਾਬਕ। ਤੇ ਇਸ ਕਰਕੇ ਕਈ ਰਾਜੇ ਬ੍ਰਹਮ ਗਿਆਨੀ ਵੀ ਹੋਏ ਨੇ, ਜਿਵੇਂ ਰਾਜਾ ਜਨਕ ਜੀ ਹੋਏ ਨੇ, ਤਾਂ ਬਹੁਤ ਸਾਰੇ ਰਾਜੇ ਮਾੜੇ ਵੀ ਹੋਏ ਨੇ, ਬਹੁਤ ਸਾਰੇ ਚੰਗੇ ਵੀ ਹੋਏ ਨੇ। ਇਹਨਾਂ ਵਿੱਚ ਜਿਵੇਂ ਰਾਜਾ ਅਕਬਰ ਤੀਜੇ ਪਾਤਸ਼ਾਹ ਨੂੰ ਕਹਿੰਦਾ ਸੀ ਇਹ ਆਪ ਅੱਲਾਹ ਤਾਲਾ ਆਏ ਹੋਏ ਨੇ। ਬਹੁਤ ਉਹਨਾਂ ਦੀ ਉਹ ਸਾਖੀ ਅੱਛੀ ਲੱਗਦੀ ਹੈ, ਜਦੋਂ ਸਵੇਰੇ ਉੱਠ ਕੇ ਗੋਇੰਦਵਾਲ ਸਾਹਿਬ ਦਰਿਆ ਦੇ ਪਰਲੇ ਪਾਸਿਓਂ ਬੇੜੀਆਂ 'ਚ ਬਹਿ ਕੇ ਆਏ, ਤਿਆਰੀ ਹੋਣ ਲੱਗੀ, ਪਾਲਕੀ ਲਿਆਏ। ਕਹਿੰਦੇ ਪਾਲਕੀ ਤੇ ਨਹੀਂ ਜਾਣਾ, ਕਲਗੀ ਨਹੀਂ ਲਾਉਣੀ, ਚਿੱਟਾ ਕੁੜਤਾ ਪਜਾਮਾ ਤੇ ਚਿੱਟੀ ਪੱਗ ਬੰਨੀ। ਦਰਬਾਰੀ ਜੁੱਤੀ ਲੈ ਕੇ ਆਏ, ਕਹਿੰਦੇ ਨਾ, ਜੁੱਤੀ ਪਾ ਕੇ ਅੱਲਾਹ ਤਾਲਾ ਕੋਲ ਨਹੀਂ ਜਾਣਾ, ਨੰਗੇ ਪੈਰੀਂ ਜਾਊਂਗਾ। ਕਹਿੰਦੇ ਜੀ ਛਤਰ ਚੌਰ ਨਾ। ਕਹਿੰਦੇ ਨਾਲ ਦਰਬਾਰੀ, ਕਹਿੰਦੇ ਨਾ, ਮੈਂ ਕੋਈ ਉਹਦੇ ਅੱਗੇ ਵੱਡਾ ਨਹੀਂ ਗਾ, ਉਹ ਮੇਰਾ ਮਾਲਕ ਹੈ, ਉਹ ਮੈਨੂੰ ਦੇਣ ਵਾਲਾ ਹੈ। ਤੁਹਾਨੂੰ ਪਤਾ ਵੀ ਅਕਬਰ ਦਾ ਜਨਮ ਕਲਾਨੌਰ ਹੜ੍ਹ ਆਏ ਹੋਏ ਸੀ, ਜਦ ਹੋਇਆ ਦਰਖਤ ਦੇ ਉੱਤੇ ਮਾਤਾ ਬੈਠੀ ਸੀ ਇਹਦੀ, ਤੇ ਇੱਕ ਕਹਿੰਦਾ ਮੈਂ ਕਿੱਥੋਂ ਚੱਲ ਕੇ ਤੇ ਰਾਜਾ ਬਣਿਆ। ਇਸ ਕਰਕੇ ਮਹਾਰਾਜ ਦੇ ਕੋਲੇ ਬਹੁਤ ਹੀ ਨਿਮਰਤਾ 'ਚ ਗਿਆ, ਆਪਣੇ ਵਜ਼ੀਰਾਂ ਨੂੰ ਕਹਿਤਾ ਮੇਥੋਂ
ਪਿੱਛੇ ਰਹੋ 100 ਗਜ, ਮੇਰੇ ਨਾਲ ਨਾ ਆਇਓ, ਮੈਂ ਇਕੱਲੇ ਨੇ ਜਾਣਾ। ਅੱਗੇ ਤਾਂ ਖੁਦਾ ਦੇ ਕੋਲ ਇਨਸਾਨ ਇਕੱਲਾ ਹੀ ਜਾਂਦਾ। ਬਹੁਤ ਸਿਆਣਾ ਸੀ, ਪਿਛਲਾ ਧਰਮਾਤਮਾ ਸੀ। ਜਦੋਂ ਆਇਆ ਪਹਿਰੇਦਾਰ ਖੜਾ, ਕਹਿੰਦੇ ਹਾਂ ਜੀ ਲੰਗਰ ਛਕਿਆ? ਕਹਿੰਦੇ ਨਾ ਜੀ। ਕਹਿੰਦੇ ਪਹਿਲੇ ਪੰਗਤ ਪਾਛੈ ਸੰਗਤ, ਗੁਰਾਂ ਦਾ ਹੁਕਮ, ਪਹਿਲਾਂ ਪ੍ਰਸ਼ਾਦਾ ਛਕ ਕੇ ਆਓ। ਫਿਰ ਜਾ ਕੇ ਤੱਪੜ ਤੇ ਬਹਿ ਕੇ ਪ੍ਰਸ਼ਾਦਾ ਛਕਿਆ। ਇੱਕ ਇੱਕ ਬੁਰਕੀ ਮੂੰਹ 'ਚ ਪਾਈ ਜਾਂਦਾ, ਅੱਖਾਂ ਬੰਦ ਕਰਦਾ, ਤਾਰੀਫ ਕਰਦਾ, ਬਿਸਮਾਦ ਹੁੰਦਾ। ਨਾਲ ਦੇ ਵੀ ਆ ਕੇ ਬਹਿ ਗਏ। ਕਹਿੰਦਾ ਮੈਂ ਐਸਾ ਭੋਜਨ ਜ਼ਿੰਦਗੀ 'ਚ ਕਦੇ ਵੀ ਨਹੀਂ ਛਕਿਆ, ਪਹਿਲੀ ਵਾਰ ਇੰਨਾ ਸਵਾਦਲਾ ਭੋਜਨ ਛਕਿਆ। ਇਸ ਤਰ੍ਹਾਂ ਉਦੋਂ ਬਾਅਦ ਮਹਾਰਾਜ ਦੇ ਕੋਲ ਗਿਆ, ਮੱਥਾ ਟੇਕਿਆ, ਸਧਾਰਨ ਜਿਹਾ ਮਨੁੱਖ ਬਣ ਕੇ ਬੈਠਾ, ਔਰ ਗੁਰਾਂ ਨੂੰ 84 ਪਿੰਡਾਂ ਦਾ ਪਤਾ ਲਿਖ ਕੇ ਦੇ ਆਇਆ। 84 ਪਿੰਡਾਂ ਦੀ ਜਿੰਨੀ ਟੈਕਸ ਹੋਊਗਾ ਸਾਰਾ ਗੁਰੂ ਘਰ 'ਚ ਆਵੇ, ਲੰਗਰ 'ਚ। ਸੋ ਇਸ ਤਰ੍ਹਾਂ ਐਸੇ ਵੀ ਰਾਜੇ ਹੋਏ ਨੇ ਜਿਨ੍ਹਾਂ ਨੇ ਗੁਰਾਂ ਦੇ ਬਚਨ ਮੰਨੇ। ਗੁਰੂ ਸਾਹਿਬ ਨੇ ਕਿਹਾ ਸਤੀ ਪ੍ਰਥਾ ਬੰਦ ਕਰ ਦਿਓ, ਕਹਿੰਦੇ ਸਤ ਬਚਨ। ਮਹਾਰਾਜ ਕਹਿੰਦੇ ਚੁੱਲ੍ਹਾ ਟੈਕਸ ਕਾਹਨੂੰ ਲਾਇਆ, ਬੰਦ ਕਰ ਦਿਓ। ਜੀਆ ਧਰਮ ਦੇ ਉੱਤੇ ਟੈਕਸ ਲੱਗਦਾ ਹੁੰਦਾ, ਉਹ ਗੁਰਾਂ ਨੇ ਬੰਦ ਕਰਾਇਆ ਕਹਿ ਕੇ, ਸਤ ਬਚਨ ਕਹਿ ਕੇ ਆ ਗਿਆ। ਇਸ ਤਰ੍ਹਾਂ ਹੈ ਕਿ ਉਹ ਵੀ ਹੋਇਆ ਗਾਹਾਂ, ਜਹਾਂਗੀਰ ਵਰਗੇ ਵੀ ਹੋਏ ਨੇ, ਨਰੰਗੇ ਵਰਗੇ ਵੀ ਹੋਏ ਨੇ, ਪਰ ਇਹਨਾਂ ਵਿੱਚੋਂ ਇਹ ਥੋੜ੍ਹੇ ਜਿਹੇ ਇਹਦੇ ਕਰਮ ਜ਼ਿਆਦਾ ਵਧੀਆ ਸੀ। ਹਮਾਯੂੰ ਵੀ ਗਿਆ ਸੀ ਦੂਜੇ ਪਾਤਸ਼ਾਹ ਕੋਲੇ, ਉਹ ਥੋੜ੍ਹੀਆਂ ਝਿੜਕਾਂ ਖਾ ਕੇ ਆਇਆ ਸੀ। ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਤਾ ਤਾਂ ਉਹ ਸਮਝ ਗਿਆ ਸੀ, ਠੀਕ ਹੈ ਮਹਾਰਾਜ, ਜਿਵੇਂ ਆਪ ਦਾ ਹੁਕਮ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਈ ਧਰਮਾਤਮਾ ਰਾਜੇ, ਕਈ ਐਸ਼ੋ ਈਸ਼ਰਤ ਵਾਲੇ ਰਾਜੇ, ਅਨੇਕ ਪ੍ਰਕਾਰ ਦੇ ਸੁਭਾਵ ਹੁੰਦੇ ਹਨ। ਮੀਜ ਪਾਨ ਸਿਰ ਧੁਨ ਪਛੁਤਾਨੈ। ਹੁਣ ਜਦੋਂ ਸੰਸਾਰ ਚੋਂ ਖਾਲੀ ਹੱਥ ਜਾਂਦੇ ਨੇ, ਅੱਗੇ ਹੱਥ ਮਲਦੇ ਨੇ, ਸਿਰ ਫੇਰ ਕੇ ਪਛਤਾਉਂਦੇ ਨੇ ਕਿ ਅਸੀਂ ਇੱਥੇ ਆ ਗਏ, ਲੈ ਕੇ ਕੁਝ ਵੀ ਨਹੀਂ ਆਏ ਨਾਲ। ਮਹਿਮਾ ਨਾਮ ਭਜਨ ਕੀ ਜੋ। ਮਹਿਮਾ ਜਿਹੜੀ ਹੈ ਨਾਮ ਅਤੇ ਭਜਨ ਦੀ ਹੈ। ਤਵ ਚਿਤਵਤ ਨਿਤ ਵਿਸਰਿਓ ਸੋ। ਉਦੋਂ ਯਾਦ ਕਰਦੇ, ਲੈ ਵੀ ਜੇ ਕਿਤੇ ਭਜਨ ਕਰ ਲੈਂਦੇ, ਜਿਹੜਾ ਵਿਸਰਿਆ ਹੋਇਆ ਪਰਮਾਤਮਾ ਸੀ, ਪਰਮਾਤਮਾ ਨੂੰ ਤਾਂ ਭੁੱਲ ਹੀ ਗਏ, ਅਤੇ ਫਿਰ ਉੱਥੇ ਜਾ ਕੇ ਪਛਤਾਉਣਾ ਪੈਂਦਾ। ਪਛਤਾਏ ਕਿਆ ਬਣੈ, ਜਦ ਚਿੜੀਆ ਚੋਗੀ ਖੇਤ। ਜਦੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਚਿੜੀਆਂ ਅੰਦਰੋਂ ਸ਼ੁਭ ਗੁਣ ਚੋਗੀਆਂ, ਨਾਮ ਜਪਿਆ ਨਹੀਂ ਹੈ, ਉਦੋਂ ਕੀ ਬਣ ਸਕਦਾ। ਸੋ ਇਸ ਕਰਕੇ ਇੱਥੇ ਮਨੁੱਖ ਇੰਨੇ ਹੰਕਾਰ 'ਚ ਹੁੰਦਾ ਕਿ ਉਹਨੂੰ ਸਮਝਾਉਣਾ ਵੀ ਔਖਾ ਹੋ ਜਾਂਦਾ, ਤੇ ਅੱਗੇ ਪਰਲੋਕ ਵਿੱਚ ਇੰਨਾ ਜ਼ਿਆਦਾ ਪਛਤਾਉਂਦਾ ਕਿ ਫਿਰ ਧਾਹਾਂ ਮਾਰ ਮਾਰ ਕੇ ਰੋਂਦਾ ਹੈ। ਅਨਕ ਤਾਰਣਾ ਤਾਰਨ ਕਰਹੀ। ਅਨੇਕ ਪ੍ਰਕਾਰ ਦੀ ਤਾੜਨਾ ਜਿਹੜੀ ਹੁੰਦੀ ਹੈ ਨਾ, ਉਹ ਤਾੜਨ ਵਾਲੇ ਹੋ ਕੇ ਉੱਥੇ ਜਮਦੂਤ ਆਦਿ ਕਰਦੇ ਹਨ। ਗਰ ਮਹਿ ਗਰੂਏ ਸੰਗਰ ਪਰਹੀ। ਗਲ ਦੇ ਵਿੱਚ ਬੜੇ ਭਾਰੇ ਭਾਰੇ ਸੂਖਮ ਸੰਗਲ, ਸੂਖਮ ਸਰੀਰ ਹੀ ਹੁੰਦਾ, ਉਸ ਤਰ੍ਹਾਂ ਦਾ ਹੀ ਭਾਰ ਹੁੰਦਾ ਜਿਹਾ ਜਿਹਾ ਸਰੀਰ ਹੁੰਦਾ। ਸੋ ਜਿਵੇਂ ਵੱਡੇ ਬੰਦੇ ਦੇ ਸਿਰ ਤੇ ਭਾਰ ਰੱਖ ਦਈਏ ਸੋ 50 ਕਿਲੋ, ਅਤੇ ਜੇ 50 ਕਿਲੋ ਬੱਚੇ ਦੇ ਸਿਰ ਤੇ ਰੱਖ ਦਈਏ, ਬੱਚਾ ਤਾਂ ਥੱਲੇ ਹੀ ਫਿਸ ਜਾਵੇਗਾ। ਇਸੇ ਤਰ੍ਹਾਂ ਸੂਖਮ ਸਰੀਰ ਜਿਹੜਾ 17 ਤੱਤਾਂ ਦਾ ਬਣਿਆ ਹੋਇਆ, ਇਹਨੂੰ ਜਦ ਸੰਗਲ ਪੈਂਦੇ ਨੇ ਬਹੁਤ ਸਜ਼ਾ ਮਿਲਦੀ ਆ। ਇੱਥੇ ਲੋਕੀ ਹੱਸ ਕੇ ਟਾਲ ਛੱਡਦੇ ਆ, ਇਹ ਗੱਲਾਂ ਹੀ ਬਣਾਈਆਂ ਹੋਈਆਂ ਨੇ। ਪਰ ਅਸੀਂ ਤਾਂ ਇਹ ਸੋਚਦੇ ਹਾਂ ਕਿ ਇਹ ਜਿਹੜੇ ਲੋਕ ਗੱਲਾਂ ਹੀ ਕਹਿੰਦੇ ਨੇ, ਇਹਨਾਂ ਦੇ ਕਰਮਾਂ 'ਚ ਹੀ ਨਹੀਂ ਉਹ ਚੀਜ਼ ਹੁੰਦੀ। ਹੱਸ ਹੁੱਸ ਕੇ ਟਾਲ ਛੱਡਦੇ, ਇਹ ਜੀ ਫਲਾਨੀਆਂ ਗੱਲਾਂ, ਇਹ ਆਹ ਫਾਲਤੂ ਗੱਲਾਂ। ਇਸ ਤਰੀਕੇ ਨਾਲ ਮਨੁੱਖ ਸੰਸਾਰ ਦੇ ਅੰਦਰ ਗਲਤ ਤਰ੍ਹਾਂ ਦਾ ਪ੍ਰਚਾਰ ਕਰਦੇ ਹੋਏ ਬੇਭਾਗੇ, ਭਾਗਾਂ ਤੋਂ ਹੀਣੇ ਲੋਕ ਐਸੀਆਂ ਗੱਲਾਂ ਕਰਕੇ ਦੂਜਿਆਂ ਵੀ ਮਨੁੱਖਾਂ ਨੂੰ ਬਹੁਤ ਸਾਰਿਆਂ ਨੂੰ ਤੋੜਦੇ ਨੇ। ਮਰਨ ਤੋਂ ਬਾਅਦ ਜਦੋਂ ਸਰੀਰ ਛੱਡਦੇ ਨੇ, ਕਿਉਂਕਿ ਅਸਲੀਅਤ ਤਾਂ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਠ ਨਹੀਂ ਕੀਤਾ, ਅਰਥ ਨਹੀਂ ਵਿਚਾਰੇ ਕਦੇ ਕਿ ਕਿੰਨਾ ਮਹਾਨ ਸਾਡੇ ਕੋਲ ਖਜ਼ਾਨਾ ਗੁਰਾਂ ਨੇ ਬਖਸ਼ਿਆ। ਤਪਤ ਥੰਮ ਸੋ ਐਂਚ ਲਗਾਵੇ। ਤਪਦੇ ਹੋਏ ਲਾਲ ਥੰਮ ਹੁੰਦੇ ਨੇ, ਉਹਨਾਂ ਦੇ ਨਾਲ ਐਂਚ ਹੁੰਦਾ, ਖਿੱਚ ਖਿੱਚ ਕੇ ਜਮਦੂਤ ਲਾਉਂਦੇ ਨੇ, ਆ ਇੱਧਰ ਤੇਰੀ ਇਹੀ ਸਜ਼ਾ ਬਣਦੀ ਹੈ ਕਿ ਤੂੰ ਉੱਥੇ ਪਰਮੇਸ਼ਰ ਨੂੰ ਮਖੌਲ ਕਰਦਾ ਸੀ, ਉੱਥੇ ਬੁਰੀਆਂ ਗੱਲਾਂ ਬੋਲਦਾ ਸੀ, ਭਗਤੀ ਨਹੀਂ ਸੀ ਕਰਦਾ,
ਇਸ ਕਰਕੇ ਤੈਨੂੰ ਹੁਣ ਇਹ ਸਜ਼ਾ ਮਿਲੇਗੀ। ਤੇਲ ਕੜਾਹਾ ਤਪਤ ਮਹਿ ਪਾਵੈ। ਤਪਦੇ ਹੋਏ ਤੇਲ ਦੇ ਕੜਾਹੇ ਉਹਦੇ ਵਿੱਚ ਇਹਨੂੰ ਸਿੱਟਿਆ ਜਾਂਦਾ, ਬਹੁਤ ਭਾਰੀ ਸਜ਼ਾ ਦਿੱਤੀ ਜਾਂਦੀ ਹੈ। ਇਹ ਤਾਂ ਸਿਰਫ ਜਾ ਕੇ ਹੀ ਇਨਸਾਨ ਨੂੰ ਪਤਾ ਲੱਗਦਾ, ਕਿਉਂਕਿ ਮਰਨ ਤੋਂ ਬਾਅਦ ਜਿਹੜੀ ਕਿਰਿਆ ਉਹ ਜਿਉਂਦੇ ਜੀ ਆਪਾਂ ਕਿਸੇ ਨੂੰ ਦਿਖਾ ਨਹੀਂ ਸਕਦੇ। ਇੱਕ ਬੰਦਾ ਕਹਿਣ ਲੱਗਿਆ, ਤੁਸੀਂ ਜਮਦੂਤਾਂ ਬਾਰੇ ਕਥਾ 'ਚ ਕਹਿੰਦੇ ਹੋ, ਕਦੇ ਦੇਖੇ ਤੁਸੀਂ? ਮੈਂ ਕਿਹਾ ਜਿਹੜੀ ਕਿਰਿਆ ਮਰਨ ਤੋਂ ਬਾਅਦ ਹੁੰਦੀ ਆ ਉਹ ਪਹਿਲਾਂ ਕਿਵੇਂ ਦੇਖ ਸਕਦੇ ਆਪਾਂ? ਤੂੰ ਕਦੇ ਦੇਖਿਆ ਜਦ ਤੂੰ ਜੰਮਣ ਤੋਂ ਪਹਿਲਾਂ ਆਪਣੇ ਆਪ ਨੂੰ ਦੇਖਿਆ ਸੀ? ਉਹ ਕਿਰਿਆ ਉਹੀ ਹੈ। ਮਰਨ ਤੋਂ ਬਾਅਦ ਦੀ ਕਿਰਿਆ ਮਰਨ ਤੋਂ ਬਾਅਦ ਦੀ ਹੁੰਦੀ ਹੈ। ਜਮਦੂਤ ਦਿਖਦੇ ਨੇ ਮਰਨ ਤੋਂ ਬਾਅਦ, ਜਿਉਂਦੇ ਜੀ ਨਹੀਂ ਦਿਖਦੇ। ਜਿਉਂਦੇ ਜੀ ਦਿਖਣ ਲੱਗ ਜਾਣ ਫਿਰ ਤਾਂ ਬੰਦਾ ਭੱਜ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ 'ਚ ਆ ਜੇ, ਮਹਾਰਾਜ ਬਖਸ਼ੋ, ਬਚਾਓ ਇਹਨਾਂ ਤੋਂ। ਕਿਸੇ ਕਿਸੇ ਨਾਲ ਕਦੇ ਕਦੇ ਕੌਤਕ ਹੋ ਜਾਂਦਾ। ਜਿਉਂਦੇ ਜੀ ਚੜ੍ਹਾਈ ਕਰਕੇ ਜਦੋਂ ਧਰਮਰਾਜੇ ਕੋਲ ਗਿਆ, ਉਹ ਕਹਿੰਦਾ ਇਹ ਕਿਹਨੂੰ ਫੜ ਲਿਆਂਦਾ? ਉਹ ਹੋਰ ਬੰਦਾ ਸੀ ਇਹਦੇ ਵਰਗਾ, ਛੱਡ ਕੇ ਆਓ ਵਾਪਸ ਇਹਨੂੰ। ਕਈ ਮੜੀਆਂ 'ਚ ਹੀ ਉੱਠ ਕੇ ਬੈਠੇ ਹੋ ਜਾਂਦੇ, ਜਿਉਂਦੇ ਹੋ ਜਾਂਦੇ ਨੇ। ਉਹ ਉੱਠਦੇ ਹੀ ਕਹਿੰਦੇ ਭੱਜਦੇ ਫਟਾਫਟ, ਅੰਮ੍ਰਿਤ ਛਕਾਓ, ਮੈਨੂੰ ਜਲਦੀ ਕਰੋ, ਉੱਥੇ ਤਾਂ ਬੜਾ ਖਤਰਾ, ਉੱਥੇ ਤਾਂ ਬੜਾ ਏਦਾਂ ਹੁੰਦਾ। ਧਰਮਰਾਜਾ ਝਾੜਾਂ ਵੀ ਬਹੁਤ ਪਾਉਂਦਾ, ਸਿੱਖਾਂ ਦੇ ਘਰੇ ਜਾਣੋਂ ਲੈ ਕੇ ਅੰਮ੍ਰਿਤ ਨਹੀਂ ਛਕਿਆ ਤੂੰ, ਓਏ ਤੂੰ ਚੰਗਾ ਸਿੱਖ ਆ, ਗੁਰੂ ਨਾਨਕ ਦਾ ਸਿੱਖ ਬਣ ਕੇ ਤੂੰ। ਕਿਉਂ ਜਦੋਂ ਝਾੜ ਝੰਬ ਪੈਂਦੀ ਆ, ਬੜੇ ਕੌਤਕ ਇਹੋ ਜਿਹੇ ਸੁਣੇ ਨੇ, ਦੇਖੇ ਵੀ ਨੇ, ਉਹ ਬੰਦੇ ਮੈਨੂੰ ਬੜੇ ਮਿਲੇ ਨੇ, ਕਈ ਬੰਦੇ ਐਸੇ। ਇਸ ਕਰਕੇ ਕਿਸੇ ਇੱਕ ਨੂੰ ਮਹਾਰਾਜ ਦਿਖਾ ਵੀ ਦਿੰਦੇ ਨੇ, ਕਿਸੇ ਨੂੰ ਨਹੀਂ। ਕਿਉਂ? ਉਹਦੀ ਖੇਡ ਖਰਾਬ ਹੁੰਦੀ ਹੈ। ਕਹਿੰਦੇ ਜਿਵੇਂ ਸਾਰਿਆਂ ਨੂੰ ਪਹਿਲਾਂ ਹੀ ਦਿਖਾ ਦਿਆਂ ਫਿਰ ਤਾਂ ਸਾਰੇ ਭਗਤੀ ਕਰਨ ਲੱਗ ਜਾਣਗੇ, ਮੇਰੀ ਤਾਂ ਫਿਰ ਖੇਡ ਖਰਾਬ ਹੋ ਜਾਊਗੀ। ਇਸ ਕਰਕੇ ਆਪਣੀ ਖੇਡ ਖਰਾਬ ਵੀ ਨਹੀਂ ਕਰਦੇ। ਪਰ ਇਹ ਹੈ ਕਿ ਗੁਰਬਾਣੀ ਦੇ ਰਾਹੀਂ ਉਪਦੇਸ਼ ਦੇ ਜਾਂਦੇ ਨੇ, ਪ੍ਰੇਰਨਾ ਹੁੰਦੀ ਰਹਿੰਦੀ ਆ। ਜਿਨ੍ਹਾਂ ਮਨੁੱਖਾਂ ਦੇ ਚੰਗੇ ਉੱਤਮ ਭਾਗ ਹੁੰਦੇ ਨੇ, ਉਹ ਗੁਰੂ ਦੀ ਸ਼ਰਨ 'ਚ ਆ ਕੇ ਉਪਦੇਸ਼ ਸੁਣਦੇ ਨੇ, ਸਿਆਣੇ ਬਣ ਜਾਂਦੇ ਨੇ, ਗੁਰਾਂ ਦੇ ਆਖੇ ਲੱਗ ਕੇ ਭਗਤੀ ਕਰਦੇ ਹਨ। ਦੋਹਰਾ ਲੋਹੇ ਖੰਡ ਕਰ ਅਗਨਵਤ, ਮੁਖ ਪਾਵਹਿ ਕਰ ਮਾਰ। ਜਿਹੜੇ ਮਨੁੱਖ ਗਲਤ ਚੀਜ਼ਾਂ ਖਾਂਦੇ ਸੰਸਾਰ ਦੇ ਅੰਦਰ, ਮਖੌਲ ਕਰਦੇ ਨੇ, ਕਹਿੰਦੇ ਮਹਾਰਾਜ ਲਿਖਿਆ ਖਾਣਾ ਪੀਣਾ ਪਵਿੱਤਰ ਹੈ, ਫਿਰ ਉਹ ਕੀ ਕਰਦੇ? ਲੋਹੇ ਦੇ ਟੁਕੜੇ ਅੱਗ ਵਰਗੇ ਲਾਲ ਕਰ ਕਰਕੇ ਉਹਦੇ ਮੂੰਹ 'ਚ ਪਾਉਂਦੇ। ਖਾਂਦਾ ਸੀ ਨਾ ਉੱਥੇ ਹੱਡੀਆਂ, ਆ ਹੁਣ ਖਾ, ਲੋਹਾ ਖਾ ਹੁਣ। ਇਉਂ ਐਸੀ ਭੈੜੀ ਸਜ਼ਾ ਦਿੰਦੇ ਨੇ। ਇਹ ਤਾਂ ਫਿਰ ਜਦੋਂ ਬਾਅਦ ਵਿੱਚ ਪਛਤਾਵਾ ਹੀ ਪਛਤਾਵਾ ਰਹਿੰਦਾ ਮਨ ਦੇ ਅੰਦਰ। ਔਰ ਬਹੁਤ ਸਾਰੇ ਲੋਕ ਹੁਣ ਵੀ ਸੁਣਦੇ ਐਸੀਆਂ ਗੱਲਾਂ ਨੂੰ ਕਹਿਣਗੇ ਇਹ ਗੱਲਾਂ ਹੀ ਬਣਾਈਆਂ ਹੋਈਆਂ ਨੇ। ਗੱਲਾਂ ਤਾਂ ਨਹੀਂ ਹੈ, ਤਾਂ ਸਾਰੀ ਸੱਚਾਈ ਹੁੰਦੀ ਹੈ, ਪਰ ਕਿਸੇ ਨੂੰ ਦਿਖਾਉਂਦੇ ਹੀ ਨਹੀਂ ਮਹਾਰਾਜ। ਜੀ ਤੇ ਤਰਸ ਆ ਜੇ ਉਹਨੂੰ ਮਾੜਾ ਟ੍ਰੇਲਰ ਜਿਹਾ ਦਿਖਾ ਦਿੰਦੇ ਨੇ। ਜੇ ਭਾਈ ਦਾਨ ਸਿੰਘ ਨੂੰ ਮਹਾਰਾਜ ਨੇ ਕਿਹਾ, ਉਦੋਂ ਭਾਈ ਦਾਨਾ ਹੀ ਸੀ, ਦਾਨਿਆ ਅੰਮ੍ਰਿਤ ਛਕ ਲੈ, ਗੁਰੂ ਵਾਲਾ ਬਣ ਜਾ। ਅਬਲੂਵਾਲ ਪਿੰਡ ਪੈਂਦਾ ਬਠਿੰਡੇ ਵੱਲ। ਕਹਿੰਦਾ ਮਹਾਰਾਜ ਉਹ ਇਹ ਤਾਂ ਮੈਂ ਸਾਰਾ ਕੁਝ ਕਰ ਲਾਂ, ਭਈ ਆਹ ਸਾਨੂੰ ਭੈੜੀਆਂ ਆਦਤਾਂ ਪਈਆਂ, ਤੰਬਾਕੂ ਆਦਿਕ ਦੂਜਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੰਬਾਕੂ ਨਾਲ ਛੱਡਿਆਂ ਕੀ ਹੁੰਦਾ? ਕਹਿੰਦੇ ਪੇਟ ਫੁੱਲ ਜਾਂਦਾ। ਕਹਿੰਦੇ ਨਹੀਂ ਫੁੱਲੇਗਾ, ਸਾਡਾ ਵਚਨ ਰਿਹਾ। ਕਹਿੰਦੇ ਕੇਸ ਰੱਖ ਲੈ, ਦਾੜਾ ਰੱਖਿਆ ਹੀ ਹੋਇਆ ਸੀ ਉਹਦਾ। ਕਹਿੰਦਾ ਜੀ ਇਹਦਾ ਕੀ ਫਾਇਦਾ ਹੁੰਦਾ? ਮਹਾਰਾਜ ਕਹਿੰਦੇ ਕੇਸ ਜਿਹੜੇ ਹੁੰਦੇ ਨਾ, ਗੁਰੂ ਦੀ ਮੋਹਰ ਹੁੰਦੀ ਆ। ਜੇ ਗਲਤੀ ਨਾਲ ਸਿੱਖ ਨਰਕਾਂ ਨੂੰ ਵੀ ਚਲਾ ਜਾਵੇ ਕ੍ਰੈਤਾਂ ਕਰਕੇ, ਅਸੀਂ ਪਹਿਚਾਣ ਲੈਂਦੇ ਹਾਂ। ਉੱਥੇ ਕੇਸਾਂ ਤੋਂ ਪਕੜ ਕੇ ਕਾਢੀ ਨਰਕ ਤੇ ਧੂ, ਨਰਕਾਂ ਚੋਂ ਕੱਢ ਲੈਂਦੇ ਹਾਂ, ਫਿਰ ਸਾਨੂੰ ਪਛਾਣ ਹੁੰਦੀ ਸਾਡਾ। ਤੇ ਉਹ ਕਹਿੰਦਾ ਮਹਾਰਾਜ ਦਾੜਾ ਐਡਾ ਰੱਖਿਆ, ਦਾੜੇ ਤੋਂ ਪਛਾਣ ਕੇ ਕੱਢ ਲਿਓ। ਮਹਾਰਾਜ ਕਹਿੰਦੇ ਤੂੰ ਤਾਂ ਮਖੌਲਾਂ 'ਚ ਪੈ ਗਿਆ, ਚੱਲ ਤੈਨੂੰ ਦਿਖਾਵਾਂ। ਸਿਰ ਤੇ ਤੀਰ ਰੱਖ ਕੇ ਕਹਿੰਦੇ ਬੰਦ ਕਰ ਅੱਖਾਂ, ਤੇ ਉੱਪਰਲਾ ਦਿਖਾਇਆ ਕੌਤਕ ਜਿਹਾ ਮਾੜਾ ਜਿਹਾ, ਬਿਨ ਕੇਸਾਂ ਸਿਰ ਕੁੱਟੀਆਂ ਨੂੰ ਚੰਗਾੜੇ ਕੌਣ ਛਡਾਏ। ਭਾਈ ਮਨੀ ਸਿੰਘ ਨੇ ਲਿਖਿਆ, ਬਿਨਾਂ ਜਿਹੜੇ ਕੇਸ, ਕਿਉਂਕਿ ਅਮਾਨਤ ਵਿੱਚ ਖਿਆਨਤ ਪਾਈ ਹੈ। ਜਿਹੜੇ ਪਰਮਾਤਮਾ ਨੇ ਜਿਹੜੀ ਚੀਜ਼ ਲਾਈ ਉਹ ਗਲਤ ਤਾਂ ਲਾਈ ਨਹੀਂ ਹੁੰਦੀ। ਮਨੁੱਖ ਆਪਣੇ ਦਿਮਾਗ ਦੀ ਕਾਢ ਕੱਢੀ ਜਾਂਦਾ ਕਿ ਇਸ ਤਰ੍ਹਾਂ ਕਰਨਾ ਚਾਹੀਦਾ। ਫਿਰ ਕਹਿੰਦੇ ਬਹੁਤ ਮਾਰ ਪੈਂਦੀ, ਫਿਰ ਕੰਬ ਗਿਆ, ਬਹੁਤ ਕੰਬਿਆ। ਮਹਾਰਾਜ ਉਸ ਤਾਂ ਦੇਖ ਕੇ ਹੀ ਡਰ ਲੱਗਦਾ। ਮੈਂ 7 ਵਚਨ ਕੇਸ ਰੱਖੇ, ਮੈਂ ਅੰਮ੍ਰਿਤ ਛਕ ਲੂੰਗਾ। ਉਸੇ ਵਕਤ ਸਿੱਧਾ ਹੋ ਗਿਆ। ਮਹਾਰਾਜ ਨੇ ਉਸੇ ਵਕਤ ਫਿਰ ਅੰਮ੍ਰਿਤ ਛਕਾਇਆ ਸ੍ਰੀ ਦਮਦਮਾ ਸਾਹਿਬ ਲਿਜਾ ਕੇ। ਕਿਉਂ? ਗੁਰੂ ਸਾਹਿਬ ਕਹਿੰਦੇ ਨੇ ਕਿ ਪਰਲੋਕ ਦੀ ਜਿਹੜੀ ਸਜ਼ਾ ਹੈ, ਜੇ ਤਾਂ ਕਥਾ ਰਾਹੀਂ ਮੰਨ ਜੇ ਠੀਕ ਹੈ, ਤੇ ਜੇ ਬਹੁਤ ਸਤਿਗੁਰੂ ਆਪ ਹੀ ਦਿਆਲ ਹੋ ਜਾਣ ਵੀ ਇਹਨੂੰ ਉਸ ਪਾਸੇ ਲਾਉਣਾ ਹੀ ਆ,
ਫਿਰ ਸਭ ਕੁਝ ਦਿਖਾ ਵੀ ਛੱਡਦੇ ਨੇ। ਦਿਖਾਉਣ ਨਾਲ ਦਿਮਾਗ ਟਿਕਾਣੇ ਆ ਜਾਂਦਾ ਕਿ ਮਨਾ ਇੱਥੇ ਤਾਂ 60 ਸਾਲ ਰਹਿਣਾ, 80 ਸਾਲ ਰਹਿਣਾ, ਅੱਗੇ ਪਰਲੋਕ ਵਾਲੀ ਕੁੱਟ ਤਾਂ ਨਹੀਂ ਖਾਧੀ ਜਾਣੀ, ਬਹੁਤੀ ਭੈੜੀ ਹੈ। ਇਸ ਕਰਕੇ ਇਨਸਾਨ ਸਿੱਧੇ ਮਾਰਗ ਉੱਤੇ ਚੱਲ ਪੈਂਦਾ। ਦਾਰਣ ਦੁਖਤ ਪੁਕਾਰਹੀ ਕੋਇ ਨਾ ਸੁਨਹਿ ਪੁਕਾਰ। ਜਦੋਂ ਕੁੱਟ ਪੈਂਦੀ ਆ ਪਰਲੋਕ ਦੇ ਵਿੱਚ, ਇੱਥੇ ਤਾਂ ਰਿਸ਼ਤੇਦਾਰ ਮਗਰ ਜਾ ਵੜਦੇ ਨੇ, ਪੈਰਵਾਈ ਕਰਦੇ, ਕੋਈ ਵਕੀਲ ਕਰ ਲੈਂਦਾ, ਕੋਈ ਪੈਸੇ ਦੇਤੀ, ਕੋਈ ਰਿਸ਼ਵਤ ਦੇਤੀ, ਬਚਾ ਲਿਆ। ਪਰ ਜਦੋਂ ਪਰਲੋਕ ਵਿੱਚ ਕੁੱਟ ਪੈਂਦੀ ਆ, ਉੱਥੇ ਘਰ ਦੇ ਕਿੱਥੇ ਜਾਣ ਮਗਰ, ਹੁਣ ਸਰੀਰ ਛੱਡ ਕੇ ਉੱਥੋਂ ਜਾਣ ਰਹੇ ਹੁਣ। ਉੱਥੇ ਪਰਲੋਕ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਈ ਮਦਦ ਨਹੀਂ ਹੁੰਦੀ, ਬਹੁਤ ਕੁੱਟ। ਕਈ ਵਾਰ ਕੁੱਟ ਖਾਂਦਾ ਖਾਂਦਾ ਉੱਥੇ ਵੀ ਬੰਦਾ ਮਰ ਜਾਂਦਾ। ਉਹਨਾਂ ਕੋਲ ਫੇਰ ਅੰਮ੍ਰਿਤ ਹੁੰਦਾ, ਇੱਕ ਬੂੰਦ ਜੀ ਮੂੰਹ 'ਚ ਪਾ ਕੇ ਜਿਉਂਦਾ ਕਰਕੇ ਫੇਰ ਕਟਾਪਾ ਕਰਦੇ ਨੇ। ਇੱਥੇ ਚਲੋ ਪੁਲਿਸ ਕੁੱਟਦੀ, ਬੰਦਾ ਮਰ ਗਿਆ, ਖਹਿੜਾ ਛੁੱਟ ਗਿਆ। ਉੱਥੇ ਖਹਿੜਾ ਵੀ ਨਹੀਂ ਛੁੱਟਦਾ ਬੰਦੇ ਦਾ। ਇਸ ਤਰੀਕੇ ਨਾਲ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਅਭਿਆਸੀਆਂ ਨੂੰ ਇਹਨਾਂ ਗੱਲਾਂ ਦਾ ਪਤਾ ਕਿ ਕੀ ਹਾਲ ਕਰਦੇ ਨੇ, ਕਿੰਨਾ ਮਾੜਾ ਹਾਲ ਕਰਦੇ ਨੇ। ਤਾਂ ਤੇ ਸਾਨੂੰ ਵਾਹਿਗੁਰੂ ਦੇ ਡਰ ਵਿੱਚ ਰਹਿ ਕੇ ਸਤਿਗੁਰਾਂ ਦੇ ਗੁਰਸਿੱਖ ਬਣ ਕੇ, ਸਿੰਘ ਬਣ ਕੇ, ਗੁਰਾਂ ਦੇ ਲਾਲ ਬਣਨਾ ਚਾਹੀਦਾ। ਚੌਪਾਈ ਇਤਿਆਦਿਕ ਦੁਖ ਨਰਕ ਅਨੇਕਾ। ਨਰਕਾਂ ਵਿੱਚ ਇਤਿਆਦਿਕ ਥੋੜੇ ਜਿਹੇ ਦੁੱਖ ਦੱਸੇ ਨੇ, ਹੈ ਤੇ ਬਹੁਤ ਜ਼ਿਆਦੇ। ਪਾਵਹਿ ਨਾਮਹੀਨ ਅਵਿਵੇਕਾ। ਜਿਹੜੇ ਬੰਦੇ ਅਵਿਵੇਕ ਨੇ, ਭਾਵ ਅਗਿਆਨੀ ਨੇ, ਗਿਆਨ ਤੋਂ ਰਹਿਤ ਨੇ, ਵਿਵੇਕ ਨਾਮ ਗਿਆਨ ਦਾ, ਅਵਿਵੇਕ ਤੋਂ ਭਾਵ ਅਗਿਆਨ ਹੈ, ਉਹ ਨਾਮ ਤੋਂ ਹੀਣੇ ਬੰਦੇ ਦੁੱਖ ਪਾਉਂਦੇ ਹਨ ਜਾ ਕੇ। ਕਰਤ ਵਿਕਾਰਨ ਬੈਸ ਬਿਤਾਈ। ਜਿਨ੍ਹਾਂ ਨੇ ਵਿਸ਼ਿਆਂ ਵਿਕਾਰਾਂ ਵਿੱਚ ਲੱਗ ਕੇ ਉਮਰ ਗੁਜ਼ਾਰ ਦਿੱਤੀ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਕਬਹੁ ਨ ਸਿਮਰਨ ਮਹਿ ਲਿਵ ਲਾਈ। ਕਦੇ ਵੀ ਲਿਵ ਨਹੀਂ ਲਾਈ, ਪ੍ਰਮਾਤਮਾ ਦੇ ਵਿੱਚ ਸੁਰਤੀ ਨਹੀਂ ਜੋੜੀ, ਸ਼ਬਦ ਦੇ ਵਿੱਚ ਸੁਰਤੀ ਜੋੜੀ ਨਹੀਂ ਹੈ। ਜੋ ਤਸਕਰ ਕੋ ਤਰਾਸ ਤਵੇਰੀ। ਸੋ ਜਿਸ ਪ੍ਰਕਾਰ ਦੇ ਨਾਲ ਕਹਿੰਦੇ ਚੋਰ ਹੁੰਦਾ ਨਾ ਜਿਹੜਾ, ਮਾਰ ਪੈਂਦੀ ਵੇਲੇ ਉਹਨੂੰ, ਕੋ ਨਾ ਸ਼ਰਾਵ ਹੈ ਅਵਗੁਣ ਹੇਰੀ। ਚੋਰ ਦਾ ਔਗਣ ਦੇਖ ਕੇ ਕੋਈ ਨਹੀਂ ਛਡਾਉਂਦਾ, ਕਿਉਂਕਿ ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੇ ਨਾ ਕੋਏ। ਜਦੋਂ ਕਿਸੇ ਨੇ ਚੋਰੀ ਕੀਤੀ ਹੁੰਦੀ ਆ, ਜਾਂ ਜੇਬ ਕਤਰਾ ਕਿਤੇ ਫੜਿਆ ਜਾਂਦਾ, ਇੰਡੀਆ 'ਚ ਦੇਖਿਆ ਜੇਬ ਕਤਰਾ ਫੜਿਆ ਗਿਆ ਇੱਕ ਸਟੇਸ਼ਨ ਤੇ, ਕਹਿੰਦੇ ਇਹਨੂੰ ਵੀ 2 ਜਾਣੇ ਕੁੱਟੀ ਜਾਣ ਪੁਲਿਸ ਵਾਲੇ ਆਏ, ਇਹਨੇ ਕੀ ਕੀਤਾ, ਕਹਿੰਦੇ ਜੇਬ ਕਤਰਾ ਜਿਹੜਾ ਆਵੇ, ਅੱਛਾ ਮੇਰੀ ਜੇਬ ਵੀ ਪਿਛਲੇ ਸਾਲ ਇਹ ਨਹੀਂ ਕੱਟੀ ਹੋਣੀ, ਉਹ ਵੀ ਕੁੱਟਣ ਲੱਗ ਜੇ। ਹੋਰ ਜਿਹਦੀ 10 ਸਾਲ ਪਹਿਲਾਂ ਕੱਟੀ, ਉਹਨੇ ਵੀ 2 ਮੁੱਕੇ ਲਾਤੇ ਉਹਦੇ। ਜੇਬ ਕਤਰੇ ਹੋਏ, ਚੋਰ ਹੋਏ। ਚੋਰ ਨੂੰ ਵੀ ਸਾਰੇ ਹੀ ਕੁੱਟਦੇ ਨੇ। ਇਹ ਚੋਰੀ, ਸਾਡੀ ਚੀਜ਼ ਵੀ ਚੋਰੀ ਹੋ ਗਈ ਸੀ, ਹੋਈ ਹਰੇਕ ਦੀ ਹੁੰਦੀ ਮਾੜੀ ਮੋਟੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਿਵੇਂ ਚੋਰ ਨੂੰ ਕੋਈ ਬਖਸ਼ਦਾ ਨਹੀਂ ਨਾ, ਇਸੇ ਪ੍ਰਕਾਰ ਨਾਮ ਤੋਂ ਹੀਣੇ ਚੋਰ ਹੈ ਤੇ ਤਸਕਰ ਜੋ ਨਾਮ ਨਾ ਲੇਵ ਹੈ, ਵਾਸਾ ਹੈ ਕੋਟ ਪੰਚਾਸਾ। ਕਿਉਂ ਮਹਾਰਾਜ ਕਹਿੰਦੇ ਨੇ ਨਾਮ ਤੋਂ ਹੀਣੇ ਨੂੰ ਕੋਈ ਨਹੀਂ ਛਡਾਉਂਦਾ ਉੱਥੇ। ਜਿਉ ਜਮ ਕੈ ਢਿੱਗ ਗਹਿਓ ਅਕੇਲਾ। ਜਮਦੂਤਾਂ ਦੇ ਕੋਲੇ ਫਿਰ ਇਕੱਲਾ ਹੀ ਜਾਂਦਾ, ਹੋਰ ਨਹੀਂ ਕੋਈ ਨਾਲ ਜਾਂਦਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਅਨਕ ਜਾਤ ਨਾ ਮਾਹਿ ਦੁਹੇਲਾ। ਬਹੁਤ ਜ਼ਿਆਦਾ ਜਾਤਨਾ ਤੋਂ ਭਾਵ ਤਾੜਨਾ, ਕੁੱਟ ਪੈਂਦੀ, ਮਾਰ ਪੈਂਦੀ ਹੈ, ਔਰ ਫਿਰ ਬਹੁਤ ਜ਼ਿਆਦਾ ਦੁਹੇਲਾ, ਦੁਖੀ ਹੁੰਦਾ ਹੈ। ਦੋਹਰਾ ਸੁਤਵਨਤਾ ਦਿਕ ਰਾਜ ਸੁਖ, ਸਵਹਿ ਪਦਾਰਥ ਪਾਸ। ਹੁਣ ਪੁੱਤਰ ਹੈ, ਇਸਤਰੀ ਹੈ, ਰਾਣੀਆਂ ਹੈ, ਰਾਜ ਹੈ, ਸਾਰੇ ਪਦਾਰਥ ਕੋਲ ਹਨ। ਬੈਸ ਬਿਹਾਵ ਹੈ ਨਾਮ ਬਿਨ, ਮਾਇਆ ਨਾ ਪ੍ਰਭ ਕੀ ਤਾਸ। ਨਾਮ ਤੋਂ ਬਿਨਾਂ ਜਿਨ੍ਹਾਂ ਨੇ ਉਮਰ ਬਤੀਤ ਕੀਤੀ ਹੈ, ਉਹਨਾਂ ਨੂੰ ਵਾਹਿਗੁਰੂ ਦੀ ਮਿਹਰ ਨਹੀਂ ਹੁੰਦੀ। ਜੇ ਸਮਝੋ ਕਈ ਕਹਿਣਗੇ ਜੇ 4 ਪੈਸੇ ਕੋਲ ਬੜੀ ਕਿਰਪਾ, ਮਹਾਰਾਜ ਦੀ ਕੰਮਕਾਰ ਠੀਕ ਹੈ, ਬੜੀ ਕਿਰਪਾ। ਇਹ ਤਾਂ ਨਿੱਕੀਆਂ ਨਿੱਕੀਆਂ ਕਿਰਪਾ, ਇਹ ਤਾਂ ਪਰਾ ਲੱਭਦਾ ਹੈ ਮੱਥੇ ਤੇ ਲਿਖੀ ਹੋਈ ਕਿਰਪਾ। ਸਿਰਫ ਉਹੀ ਹੈ ਜਿਹੜੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ। ਇਹ ਨਾਮ ਜਪਣ ਵਾਲੇ ਦੀ ਕਿਰਪਾ, ਰਹਿਤ ਹੈ, ਅੰਮ੍ਰਿਤ ਦੀ ਦਾਤ ਹੈ, ਕਕਾਰ ਹੈ, ਗੁਰੂ ਵਾਲਾ ਬਣਿਆ, ਬਾਣੀ ਪੜ੍ਹਦਾ, ਅੰਮ੍ਰਿਤ ਵੇਲਾ ਮਿਲਿਆ, ਨਿਤਨੇਮੀ ਪ੍ਰੇਮੀ, ਉਹਨੂੰ ਮੰਨਿਆ ਕਿਰਪਾ। ਭਈ ਬੜੀ ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਆਪੇ ਹੀ ਨਾਮ ਜਪਾਈ ਜਾਂਦੇ, ਮੈਨੂੰ ਆਪੇ ਹੀ ਇੰਨੇ ਪਾਠ ਹੋਈ ਜਾਂਦੇ ਨੇ, ਇਹ ਹੁੰਦੀ ਕਿਰਪਾ। ਲੋਕੀ ਮਾਇਆ ਨੂੰ ਹੀ ਕਿਰਪਾ ਸਮਝਦੇ ਨੇ, ਲੋਕੀ ਪਦਾਰਥਾਂ ਨੂੰ ਕਿਰਪਾ ਸਮਝਦੇ ਨੇ। ਐ ਆਮ ਬੰਦੇ ਸਾਡੇ ਕੋਲ ਆ ਕੇ ਕਹਿਣਗੇ ਉਹ ਹੋ ਗਈ ਜੀ ਕਿਰਪਾ। ਮੈਂ ਕਿਹਾ ਪਤਾ ਨਹੀਂ ਕੀ ਬ੍ਰਹਮ ਗਿਆਨ ਹੋ ਗਿਆ, ਕੀ ਕਿਰਪਾ ਹੋਈ? ਕਹਿੰਦਾ ਆਪਣੀ ਪ੍ਰਮੋਸ਼ਨ ਹੋ ਗਈ, 200 ਰੁਪਇਆ ਵੱਧ ਗਿਆ। ਬੜੀ ਖੁਸ਼ੀ ਦੀ ਗੱਲ ਹੈ ਬਈ, 200 ਰੁਪਏ ਨਾਲ ਪ੍ਰਲੋਕ 'ਚ ਕੀ ਬਣਨਾ? ਕਿਰਪਾ ਸਿਰਫ ਉਹੀ ਹੁੰਦੀ ਹੈ ਜਿਹੜੀ ਪ੍ਰਮਾਤਮਾ ਦੀ ਆਪਣੇ ਪਾਸੇ ਲਾ ਲਵੇ, ਪ੍ਰਮਾਤਮਾ ਆਪਣੇ ਵੱਲ ਲਾ ਲਵੇ, ਨਾਮ ਜਪਾਵੇ।
ਕਿਰਪਾ ਉਸ ਨੂੰ ਮੰਨਦੇ ਆ, ਵਾਹਿਗੁਰੂ ਬੜੀ ਤੁਸੀਂ ਕਿਰਪਾ ਕੀਤੀ ਹੈ, ਸਾਨੂੰ ਨਾਮਦਾਨ ਬਖਸ਼ਿਆ, ਸਿੱਖੀ ਬਖਸ਼ੀ ਹੈ, ਰਹਿਤ ਬਖਸ਼ੀ ਹੈ, ਕਥਾ ਬਖਸ਼ੀ ਹੈ, ਕੀਰਤਨ ਬਖਸ਼ਿਆ। ਪਾਦੇ ਸੁਨ ਸ਼੍ਰੋਣਨ ਵਿਖੈ ਚਮਕੀ ਚੌਂਪ ਅਪਾਰ। ਪਾਂਦੇ ਨੇ ਜਦੋਂ ਕੰਨਾਂ 'ਚ ਸੁਣਿਆ ਮਹਾਰਾਜ ਦਾ ਉਪਦੇਸ਼, ਤਾਂ ਉਸ ਵਕਤ ਇੱਛਾ ਜਾਗੀ, ਲਾਲਸਾ ਜਾਗੀ ਬਹੁਤ। ਗੁਰ ਬਚ ਅੰਕੁਸ਼ ਨਾਗਮਨ ਲਖ ਕਰ ਤਿਹ ਅਨੁਸਾਰ। ਹੁਣ ਜਿਹੜੇ ਗੁਰਾਂ ਦੇ ਬਚਨ ਸੀ ਨਾ, ਉਹ ਕਹਿੰਦੇ ਨੇ ਅੰਕੁਸ਼ ਜਿਵੇਂ ਕੁੰਡਾ ਹੁੰਦਾ ਔਰ ਹਾਥੀ ਹੁੰਦਾ, ਉਹਦੇ ਸਿਰ ਦੇ ਉੱਤੇ ਕੁੰਡਾ ਹੁੰਦਾ, ਇਸ ਤਰ੍ਹਾਂ ਮਨ ਰੂਪ ਹਾਥੀ ਦੇ ਉੱਤੇ ਇਹ ਕੁੰਡਾ ਗੁਰਾਂ ਦੇ ਉਪਦੇਸ਼ ਦਾ ਜੋ ਆਇਆ ਜਾਣ ਕਰਕੇ, ਸੋ ਹਸਤੀ ਸਿਰ ਜਿਉ ਅੰਕੁਸ਼ ਹੈ, ਹਰਣ ਜਿਉ ਸਿਰ ਦੇ, ਮਨ ਤਨ ਆਗਿਆ ਰਾਖ ਕੈ ਉਭੀ ਸੇਵ ਕਰੇ। ਚੌਪਈ ਕਲਾਵਾਨ ਤੁਮ ਮੈਂ ਮਨ ਜਾਣੇ। ਪਾਂਦਾ ਕਹਿਣ ਲੱਗਿਆ, ਮੈਂ ਮਨ ਚ ਜਾਣ ਲਿਆ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਤਾਂ ਕਲਾਵਾਨ ਹੋ, ਬਹੁਤ ਸ਼ਕਤੀ ਵਾਲੇ ਹੋ, ਸ਼ਕਤੀ ਦੇ ਮਾਲਕ ਹੋ। ਰੁਚਰ ਬਚਨ ਦਾਨੀ ਕਲਿਆਣੇ। ਤੁਹਾਡੇ ਸੁੰਦਰ ਬਚਨ ਨੇ ਕਲਿਆਣ ਦੇ ਦੇਣ ਵਾਲੇ ਨੇ ਬੰਦੇ ਨੂੰ, ਆਪ ਜੀ ਬੰਦੇ ਨੂੰ ਮੁਕਤੀ ਦੇਣ ਵਾਲੇ ਹੋ ਜੀ। ਇੱਕ ਸ਼ੰਕਾ ਸੋ ਸੰਕਟ ਮਨ ਹੈ। ਇੱਕ ਹੋਰ ਹੁਣ ਮਨ ਦੀ ਸ਼ੰਕਾ ਦੂਰ ਕਰ ਦਿਓ, ਜੇ ਤਰੁੱਠੇ ਹੋ ਮਨ ਦੀ ਸ਼ੰਕਾ ਦੂਰ ਕਰ ਦਿਓ। ਉੱਤਰ ਦੇਹੋ ਲਖਿਓ ਗੁਰੂ ਜਨ ਹੈ। ਸੋ ਇਸ ਕਰਕੇ ਉੱਤਰ ਦਿਓ ਮਹਾਰਾਜ ਸੱਚੇ ਪਾਤਸ਼ਾਹ, ਮੈਂ ਆਪ ਜੀ ਨੂੰ ਆਪਣੇ ਸਤਿਗੁਰ ਜਾਣਿਆ, ਇਸ ਕਰਕੇ ਮੇਰੇ ਉੱਤੇ ਕਿਰਪਾ ਕਰ ਦਿਓ। ਜੇ ਸੁਲਤਾਨ ਖਾਨ ਫਸ ਨੇਹੂ। ਜਿਹੜੇ ਸੁਲਤਾਨ ਖਾਨ ਰਾਜੇ ਆਦਿਕ ਹੁੰਦੇ ਨੇ, ਇਹ ਮੋਹ ਵਿੱਚ ਫਸ ਜਾਂਦੇ ਨੇ। ਨਾਮ ਸੰਭਾਰ ਹੈ ਭੂਲ ਨਾ ਕੇਹੂ। ਨਾਮ ਨੂੰ ਯਾਦ ਕਰਦੇ ਨੇ, ਭੁੱਲਦੇ ਨਹੀਂ ਹਨ। ਤਿਨ ਕੋ ਕਿਉ ਭੈ ਦੇਤ ਨਾ ਸੁਆਮੀ। ਉਹਨਾਂ ਨੂੰ ਪ੍ਰਮਾਤਮਾ ਭੈ ਕਿਉਂ ਨਹੀਂ ਦਿੰਦਾ, ਉਹਨਾਂ ਨੂੰ ਡਰ ਕਿਉਂ ਨਹੀਂ ਦਿੰਦਾ। ਜਾਂ ਤੇ ਸਿਮਰਹਿ ਅੰਤਰ ਜਾਮੀ। ਇਸ ਕਰਕੇ ਉਹ ਸਿਮਰਦੇ ਨੇ ਅੰਤਰਜਾਮੀ ਪ੍ਰਮਾਤਮਾ ਨੂੰ। ਨਿਰਭੈ ਵਿਸਿਆਨ ਮਹਿ ਰਚ ਮਾਨਵ। ਇਹ ਬੰਦਾ ਨਿਰਭੈ ਹੋ ਕੇ, ਨਿਡਰ ਹੋ ਕੇ ਵਿਸ਼ਿਆਂ ਵਿਕਾਰਾਂ ਵਿੱਚ ਰਚ ਜਾਂਦਾ ਹੈ। ਭੂਲੇ ਭਜਨ ਨੈਕ ਨਹਿ ਜਾਣਵ। ਹੁਣ ਇਹ ਭਜਨ ਤੋਂ ਭੁੱਲ ਗਿਆ, ਪ੍ਰਮਾਤਮਾ ਦਾ ਨਾਮ ਥੋੜਾ ਵੀ ਨਹੀਂ ਲੈਂਦਾ। ਮਨ ਕੀ ਤਨ ਧਰਮ ਹੈ ਅਤ ਪ੍ਰੀਤੋ। ਮਨ ਦੀ ਪ੍ਰੀਤੀ ਜਿਹੜੀ ਆ ਤਨ ਵਿੱਚ, ਸਰੀਰ ਵਿੱਚ ਹੈ, ਪੈਸੇ ਵਿੱਚ ਲੱਗੀ ਹੋਈ ਹੈ। ਤਜ ਨ ਸਕਹਿ ਚਿਤ ਦ੍ਰਿੜ ਪ੍ਰਤੀਤੋ। ਇਹ ਛੱਡ ਨਹੀਂ ਸਕਦੇ, ਚਿੱਤ ਦੇ ਵਿੱਚ ਦ੍ਰਿੜ ਪ੍ਰਤੀਤੀ ਹੈ ਜਿਨ੍ਹਾਂ ਦੇ। ਦੋਹਰਾ ਥਿਰਤਾ ਸੀ ਸੰਸਾਰ ਮਹਿ ਲਖ ਸੰਚਤ ਅਥ ਆਥ। ਇਉਂ ਮਨ ਦੇ ਅੰਦਰ ਇਹ ਜਾਣਦੇ ਨੇ ਕਿ ਦੁਨੀਆ ਦੇ ਅੰਦਰ ਅਸੀਂ ਪੱਕੇ ਹੀ ਹਾਂ, ਬਸ ਇਉਂ ਸਦਾ ਰਹਿਣਾ ਅਸੀਂ ਇੱਥੇ ਹੀ। ਥਿਰਤਾ ਸੀ ਸੰਸਾਰ ਮਹਿ, ਉਹ ਮੈਂ ਦੁਨੀਆ 'ਚ ਇੱਥੇ ਰਹਿਣਾ ਪੱਕਾ ਹੋ ਗਿਆ, ਮੈਂ ਇੱਥੇ ਹੁਣ ਮੈਂ ਪੱਕਾ ਹੋ ਗਿਆ। ਬਹੁਤ ਸਾਰੇ ਲੋਕਾਂ ਦੇ ਐਸੇ ਅੱਕਰ ਹੁੰਦੇ ਨੇ, ਹੁਣ ਅਸੀਂ ਇੱਥੇ ਪੱਕੇ ਹੋ ਗਏ। ਪੱਕੇ ਤਾਂ ਹੁੰਦਾ ਹੀ ਨਹੀਂ ਕੋਈ, ਦੁਨੀਆ 'ਚ ਕਿਹੜਾ ਪੱਕਾ ਹੋਇਆ, ਕੋਈ ਵੀ ਨਹੀਂ ਹੁੰਦਾ। ਇਸ ਕਰਕੇ ਪੱਕਾ ਜਿੱਥੇ ਹੋਣਾ ਉੱਥੇ ਹੀ ਹੋਣਾ ਆਪਾਂ ਨੇ, ਪ੍ਰਮਾਤਮਾ ਦੇ ਦਰ ਤੇ ਪੱਕੇ ਹੋਣਾ, ਸੱਚਖੰਡ 'ਚ ਪੱਕਿਆਈ ਮਿਲ ਜਾਓ ਵਧੀਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਬੰਦਾ ਥਿਰਤਾ ਸੀ ਸੰਸਾਰ ਮਹਿ ਲਖ ਸੰਚਿਤ ਅਤ ਆਤ। ਸੋ ਇਉਂ ਜਾਣ ਕੇ ਕਿ ਮੈਂ ਦੁਨੀਆ 'ਚ ਹੀ ਪਤਾ ਨਹੀਂ ਰਹਿਣਾ, ਪੈਸੇ ਨੂੰ ਕੀੜੇ ਵਾਂਗੂ ਇਕੱਠਾ ਕਰਦਾ, ਜਿਵੇਂ ਕੀੜੇ ਕੀੜੀਆਂ ਪਤਾ ਨਹੀਂ ਕਿੱਥੋਂ ਲੈਨੀਆਂ ਜਾਂ ਲਾ ਕੇ ਬਹੁਤ ਕੁਝ ਮੂੰਹ 'ਚ ਫੜੀ ਹੁੰਦੇ, ਢੋਈ ਜਾਂਦੇ ਰਾਤ ਦਿਨ, ਢੋਈ ਜਾਂਦੇ ਰਾਤ ਦਿਨ। ਇਉਂ ਮਨੁੱਖ ਵੀ ਰਾਤ ਦਿਨ ਸਮਾਨ ਘਰ ਨੂੰ ਢੋਈ ਜਾਂਦਾ, ਭਰੀ ਜਾਂਦਾ ਘਰ ਨੂੰ, ਪੈਸੇ ਢੋਈ ਜਾਂਦਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਉਹ ਮਨੁੱਖ ਢੋਂਦੇ ਨੇ ਜਿਹੜੇ ਇਹ ਸਮਝਦੇ ਨੇ ਕਿ ਅਸੀਂ ਪੱਕੇ ਰਹਿਣਾ ਦੁਨੀਆ 'ਚ। ਜਿਹਨੂੰ ਵਿਰਾਗ ਹੋ ਗਿਆ, ਜਿਹਨੂੰ ਮਨ ਦੇ ਅੰਦਰ ਵਿਰਾਗ ਹੋ ਗਿਆ, ਜਿਹੜਾ ਕਹਿੰਦਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਸਕੀਨ, ਕਹੋ ਨਾਨਕ ਭਜ ਹਰ ਮਨਾ ਜੇ ਬਿਦ ਜਲ ਕਉ ਮੀਨ। ਹੁਣ ਜਿਹਦੇ ਮਨ 'ਚ ਵਿਰਾਗ ਹੋ ਗਿਆ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਉਹ ਵਿਰਾਗਵਾਨ ਹੋ ਕੇ ਬੰਦਾ ਜਿਹੜਾ ਉਹ ਭਗਤੀ ਵੱਲ ਲੱਗ ਜਾਂਦਾ। ਜਿਨ੍ਹਾਂ ਬੰਦਿਆਂ ਨੂੰ ਮਰਨਾ ਯਾਦ ਹੀ ਨਹੀਂ, ਉਹ ਇਨਸਾਨ ਮਾਇਆ ਵਿੱਚ ਹੀ ਖਚਿਤ ਹੋਏ ਰਹਿੰਦੇ ਨੇ, ਕਮਾਉਂਦੇ ਨੇ। ਸੁਨਤ ਸਰੋਨ ਆਨਨ ਭਨਤ ਨਾਨਕ ਦੀਨਾ ਨਾਥ। ਉਸ ਵਕਤ ਦੀਨਾਂ ਦੇ, ਗਰੀਬਾਂ ਦੇ ਨਾਥ ਮਾਲਕ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਬਚਨ ਸੁਣਿਆ, ਪਾਂਦੇ ਦੀ ਬੇਨਤੀ ਸੁਣੀ,
ਤਾਂ ਉਸ ਵਕਤ ਬੇਨਤੀ ਕਰਨ ਲੱਗੇ। ਇਸ ਪ੍ਰਕਾਰ ਸਤਿਗੁਰੂ ਨੇ ਬਚਨ ਕੀਤਾ ਹੈ। ਹੁਣ ਸ੍ਰੀ ਮੁਖ ਵਾਕ ਭੈ ਤੇਰਾ ਡਰ ਅਗਲਾ ਖਪ ਖਪ ਛਿਜੈ ਦੇਹ। ਹੁਣ ਵਾਹਿਗੁਰੂ ਤੇਰੇ ਡਰ ਦੇ ਅੰਦਰ ਬਹੁਤਾ ਜ਼ਿਆਦੇ ਹਮੇਸ਼ਾ ਭੈ ਬਣਿਆ ਰਹਿੰਦਾ ਸਾਡੇ ਮਨਾਂ ਦੇ ਅੰਦਰ। ਭੈ ਤੇਰਾ ਡਰ ਅਗਲਾ, ਅਗਲਾ ਤੋਂ ਭਾਵ ਬਹੁਤਾ ਜ਼ਿਆਦਾ ਡਰ ਬਣਿਆ ਰਹਿੰਦਾ ਤੇਰੇ ਭੈ ਕਰਕੇ। ਹਰ ਵਕਤ ਡਰ ਨੇ ਲੱਗਦਾ ਹੀ ਰਹਿਣਾ। ਖਪ ਖਪ ਛਿਜੈ ਦੇਹ, ਖਪ ਖਪ ਕਰਕੇ ਜਿਹੜੀ ਦੇਹ ਹੈ ਇਹ ਛਿਜੈ ਤੋਂ ਭਾਵ ਨਾਸ਼ ਹੁੰਦੀ ਹੈ। ਨਾਵ ਜਨਾ ਸੁਲਤਾਨ ਖਾਨ ਹੁੰਦੇ ਡਿਠੇ ਖੇਹ। ਜਿਨ੍ਹਾਂ ਦਾ ਨਾਮ ਸੁਲਤਾਨ ਹੈ, ਚੱਕਰਵਰਤੀ ਪਾਤਸ਼ਾਹ ਸਿਕੰਦਰ ਵਰਗੇ ਖਾਨ, ਸੋ ਛੋਟੇ ਛੋਟੇ ਰਾਜੇ, ਕੀ ਇਹ ਨਹੀਂ ਮਰੇ? ਕਿ ਇਹਨਾਂ ਦੇ ਸੰਸਕਾਰ ਨਹੀਂ ਹੋਏ? ਇਹਨਾਂ ਦੀਆਂ ਕਬਰਾਂ ਨਹੀਂ ਬਣੀਆਂ ਹੋਈਆਂ? ਕਹਿੰਦੇ ਉਹ ਸਾਰੇ ਖੇਹ ਹੁੰਦੇ ਦੇਖੇ ਹਨ। ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਮਹਾਰਾਜ ਜੀ ਕਹਿੰਦੇ ਨੇ ਉਹ ਚਲਿਆ ਗਿਆ ਉੱਠ ਕੇ, ਸਾਰੇ ਮੋਹ ਮਾਹ ਟੁੱਟ ਕੇ। ਜਦੋਂ ਮਰਿਆ ਕਿਹਦਾ ਮੋਹ? ਕੁਛ ਵੀ ਨਹੀਂ ਰਿਹਾ ਦੁਨੀਆ ਦੇ ਅੰਦਰ। ਇਸ ਕਰਕੇ ਸਿਕੰਦਰ ਨੇ ਜਿਵੇਂ ਕਿਹਾ, ਮੇਰੇ ਹੱਥ ਪੈਰ ਨੰਗੇ ਕਰ ਦਿਓ, ਮੇਰੀ ਅਰਥੀ ਲੈ ਕੇ ਜਾਓ, ਸਾਰੀਆਂ ਗਲੀਆਂ 'ਚ ਘੁਮਾਇਓ, ਲੋਕਾਂ ਨੂੰ ਦੱਸਿਓ ਇਹ ਉਹ ਸਿਕੰਦਰ ਹੈ ਜਿਹਨੇ ਸਾਰੀ ਦੁਨੀਆ ਜਿੱਤੀ ਆ। ਪਰ ਖਾਲੀ ਹੱਥ ਤੇ ਖਾਲੀ ਪੈਰ ਨੇ, ਕੁਛ ਨਹੀਂ ਲੈ ਕੇ ਚੱਲਿਆ ਸਿਕੰਦਰ ਆਪਣੇ ਨਾਲ। ਨਾਂਗੇ ਪਾਉਂ ਤੇ ਗਏ ਜਿਨ ਕੇ ਲੱਖ ਕਰੋੜ। ਨੰਗੇ ਪੈਰੀਂ ਜਾਣਾ ਪੈਂਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਗੱਲ ਦੀ ਵਿਚਾਰ ਮਨ ਦੇ ਅੰਦਰ ਕਰ ਲਓ। ਚੌਪਈ ਨਿਸਬਾਸਰ ਇਸ ਸਰਸ ਡਰਾਇਓ। ਸੋ ਇਸ ਤਰੀਕੇ ਨਾਲ ਕਹਿੰਦੇ ਹਨ ਰਾਤ ਦਿਨ ਬਹੁਤਾ ਜਿਹੜਾ ਹੈ ਇਸ ਤਰੀਕੇ ਨਾਲ ਡਰਾਉਂਦਾ ਹੈ। ਮੰਦਮਤੀ ਭਾ ਭੈ ਸੋ ਭੁਲਾਇਓ। ਮੰਦਮਤੀ ਜਿਹੜਾ ਸੀ ਨਾ, ਉਹ ਮੰਦਮਤੀ ਖੋਟੀ ਬੁੱਧੀ ਵਾਲਾ ਬੰਦਾ, ਭੈੜੀ ਬੁੱਧੀ ਵਾਲਾ ਹੋ ਕੇ ਸੋ ਰੱਬ ਦੇ ਭੈ ਨੂੰ ਭੁਲਾ ਦਿੱਤਾ ਮਨ ਦੇ ਅੰਦਰੋਂ। ਛਿਨ ਛਿਨ ਆਜੁਰ ਬੀਤਤ ਜਾਈ। ਛਿਨ ਛਿਨ ਕਾਲ ਦੇ ਵਿੱਚ ਉਹਦੀ ਜਿਹੜੀ ਆਜੁਰ ਹੁੰਦੀ ਆ, ਉਮਰ ਹੁੰਦੀ ਆ, ਉਹ ਬਤੀਤ ਹੁੰਦੀ ਜਾਂਦੀ ਆ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ ਆਪ ਘਟੈ ਤਨ ਛੀਜੈ। ਹੌਲੀ ਹੌਲੀ ਉਮਰ ਸਾਡੀ ਲੰਘਦੀ ਜਾਂਦੀ ਹੈ, ਦੇਖਣ ਨੂੰ ਨਹੀਂ ਲੱਗਦੀ, ਪਰ ਹੌਲੀ ਹੌਲੀ ਸਾਰੇ ਕਹਿੰਦੇ ਹੁਣ ਤਾਂ ਅੱਗੇ ਨਾਲੋਂ ਕਾਫੀ ਬਜ਼ੁਰਗ ਹੋ ਗਿਆ, ਹੁਣ ਤਾਂ ਵੱਡਾ ਹੋ ਗਿਆ। ਬਸ ਦੇਖਦਿਆਂ ਦੇਖਦਿਆਂ ਫਿਊਨਲ ਹੋ ਜਾਂਦਾ ਆਪਣੇ। ਇਹ ਆ ਹੁਣੇ ਦੀਆਂ ਗੱਲਾਂ ਸੀ ਵੀ ਹੁਣ ਸੀ ਇੱਥੇ, 10 ਸਾਲ ਪਹਿਲਾਂ ਇਹ ਆਇਆ ਸੀ, 20 ਸਾਲ ਪਹਿਲਾਂ ਆਇਆ, ਅੱਗੇ ਪੋਤੇ ਪੜੋਤੇ ਹੋ ਗਏ। ਬਸ ਮਹਾਰਾਜ ਕਹਿੰਦੇ ਦੇਖਦਿਆਂ ਦੇਖਦਿਆਂ ਖੇਡ ਖਤਮ ਹੋਈ ਜਾ ਰਹੀ ਹੌਲੀ ਹੌਲੀ। ਔਰ ਪਰ ਜਿਹਨੇ ਸੰਭਾਲ ਲਿਆ ਮੌਕਾ ਸੰਭਾਲ ਲਿਆ। ਦਿਨ ਦਿਨ ਦੇਹ ਦਸ਼ਾ ਪਲਟਾਈ। ਦਿਨ ਦਿਨ ਕਹਿੰਦੇ ਦੇਹ ਦੀ ਦਸ਼ਾ ਪਲਟਦੀ ਜਾਂਦੀ ਹੈ। ਬਚਪਨ ਹੈ, ਕਿਸ਼ੋਰ ਅਵਸਥਾ ਹੈ, ਜਵਾਨੀ ਹੈ, ਬੁਢੇਪਾ ਹੈ, ਫਿਰ ਅੰਤ ਸਮਾਂ ਆ ਗਿਆ। ਵਿਸ਼ਿਆਂ ਮਹਿ ਖਪ ਬਹੁ ਕਰ ਨੇਹਾ। ਵਿਸ਼ਿਆਂ ਵਿਕਾਰਾਂ ਦੇ ਵਿੱਚ ਖਪ ਖਪ ਕੇ ਬਹੁਤਾ ਨੇਹ ਕਰ ਕਰਕੇ, ਪਿਆਰ ਕਰ ਕਰਕੇ ਸੰਸਾਰ ਦੇ ਵਿੱਚ ਬਾਲ ਬੱਚੇ ਦਾ ਮੋਹ ਵਿੱਚ ਫਸ ਕੇ। ਅੰਤ ਕਾਲ ਮਹਿ ਸੀਜਤ ਦੇਹਾ। ਹੁਣ ਅੰਤ ਕਾਲ ਨੂੰ ਤਾਂ ਦੇਹੀ ਨੇ ਨਾਸ ਹੋਣਾ ਹੀ ਹੈ। ਦੇਹੀ ਪੱਕੀ ਤਾਂ ਹੈ ਨਹੀਂ, ਇਹ ਉਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਏ। ਨਾਉ ਖਾਨ ਸੁਲਤਾਨ ਪਨੇਹੀ। ਹੁਣ ਜਿਨ੍ਹਾਂ ਦਾ ਨਾਂ ਲੈਂਦੇ ਆ, ਬੜਾ ਖਾਨ ਸਾਹਿਬ, ਸੁਲਤਾਨ ਸਾਹਿਬ, ਮਰਜੀ ਕੁਛ ਕਹੀ ਜਾਓ, ਸਰੀਰਾਂ ਦੇ ਨਾਂ ਰੱਖੇ ਹੋਏ ਨੇ। ਦ੍ਰਿਸ਼ਟਾਵਤ ਹੈ ਮਿਲਤੇ ਖੇਹੀ। ਉਹ ਦ੍ਰਿਸ਼ਟੀ ਵਿੱਚ ਸਾਹਮਣੇ ਹੀ ਆਏ ਨੇ। ਅੱਜ ਤੱਕ ਕਿੰਨਿਆਂ ਦੇ ਆਪਾਂ ਦੇਖੇ ਨੇ ਦਫਨਾਉਂਦੇ, ਸੰਸਕਾਰ ਕਰਦੇ, ਅੱਜ ਉਹਨਾਂ ਦੀ ਰਾਖ ਰੋੜ ਦਿੱਤੀ, ਬਸ ਕਹਾਣੀ ਖਤਮ ਹੋ ਗਈ। ਕਿਉਂ? ਬੜੇ ਬੜੇ ਰਾਜੇ ਮਹਾਰਾਜੇ ਅੱਜ ਤੱਕ ਜਿੰਨੇ ਆਏ ਨੇ ਸਭ ਨੇ ਪਿਛਲੇ ਚਲੇ ਗਏ, ਹੋਣਦਿਆਂ ਨੇ ਚਲੇ ਜਾਣਾ। ਪੂਰੋ ਨੇਹੋ ਦੇਹ ਤਨ ਜੋ। ਇਹ ਦੇਹੀ ਦਾ ਜਿਹੜਾ ਨੇਹ ਹੈ ਨਾ, ਇਹ ਝੂਠਾ ਹੀ ਹੈ। ਐਵੇਂ ਦੇਹੀ ਤੋਂ ਕੰਮ ਲਿਓ ਜਿੰਨਾ ਜੀ ਕਰੇ, ਵੱਧ ਤੋਂ ਵੱਧ ਗੁਰਮੁਖ ਇਹ ਕਰਦੇ ਨੇ ਕਿ ਇਹ ਲਾਲਚ ਹੋਂ ਗੁਣ ਤਾਂ ਉਚਰੋਂ, ਵੀ ਮੈਨੂੰ ਤਾਂ ਇਹ ਲਾਲਚ ਆ ਕਿ ਇੱਕ ਪਾਠ ਹੋਰ ਕਰ ਹੀ ਲਈਏ, ਜੇ ਹੈ 10 ਮਿੰਟ ਤਾਂ ਵਾਹਿਗੁਰੂ ਵਾਹਿਗੁਰੂ ਕਰ ਹੀ ਲਈਏ। ਗੁਰਮੁਖ ਤਾਂ ਇਹ ਲਾਲਚ ਕਰਦੇ ਨੇ ਹੋਰ ਪਾਠ ਕਰ ਲਈਏ, ਚੱਲ ਨੀਂਦ ਨਹੀਂ ਆਉਂਦੀ, ਚੱਲ ਸੁੱਤੇ ਤਾਂ ਸੌਣਾ ਹੀ ਹੈ, ਚੱਲ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ 24 ਸਾਹਿਬ ਦਾ ਪਾਠ ਕਰ ਲਈਏ ਇੱਕ, ਤੋਂ ਪਾਠ ਕਰਦੇ ਆ। ਤੋ ਗੁਰਮੁਖਾਂ ਜਾਂ ਰਾਤ ਨੂੰ ਜਾਗ ਆਈ ਤਾਂ ਵੀ ਫੇਰ ਵਾਹਿਗੁਰੂ ਵਾਹਿਗੁਰੂ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹ ਤਾਂ ਆਪਣਾ ਲਾਹਾ ਖੱਟੀ ਜਾਂਦੇ ਰਾਤ ਦਿਨ, ਕਿਉਂਕਿ ਉਹ ਸੰਸਾਰ ਨੇ ਮਾਇਆ ਨੂੰ 1 ਨੰਬਰ ਤੇ ਕੀਤਾ ਹੋਇਆ, ਪਰਮਾਤਮਾ ਦੇ ਨਾਮ ਨੂੰ 100 ਨੰਬਰ ਤੇ ਕੀਤਾ। ਉਹ ਬਾਅਦ ਚ ਦੇਖਾਂਗੇ ਜਾ ਕੇ, ਰੱਬ ਦੇ ਪਿਆਰਿਆਂ ਨੇ ਪਰਮਾਤਮਾ ਨਾਮ ਨੂੰ 1 ਨੰਬਰ ਤੇ ਰੱਖਿਆ ਹੋਇਆ।
ਦੂਜੇ ਤੀਜੇ ਨੰਬਰ ਹੋਰ ਹੋਣਗੇ, ਉਹਨਾਂ ਵੱਲ ਬਾਅਦ ਚ ਧਿਆਨ ਦਿੰਦੇ ਨੇ। ਇਸ ਕਰਕੇ ਉਹ ਬੇਪਰਵਾਹ ਹੋ ਜਾਂਦੇ ਨੇ। ਛੋੜ ਚੱਲਿਓ ਬਸ ਚਲਤ ਨ ਕਉ। ਜਦੋਂ ਦੁਨੀਆ ਛੱਡ ਕੇ ਚੱਲਿਆ, ਕਿਸੇ ਤਰ੍ਹਾਂ ਦਾ ਕੋਈ ਬਸ ਨਹੀਂ ਚੱਲਦਾ ਇਨਸਾਨ ਦਾ, ਜਾਣਾ ਹੀ ਪੈਂਦਾ, ਜਿੱਦਾਂ ਮਰਜ਼ੀ ਕੋਈ ਜ਼ੋਰ ਲਾ ਲਵੇ। ਨਹਿ ਜਾਵਹਿ ਇਹ ਸੰਗ ਅਗਾਰੀ। ਹੁਣ ਇਹ ਜਿਹੜੇ ਪਦਾਰਥ ਨੇ, ਇਹ ਨਹੀਂ ਨਾਲ ਲੈ ਕੇ ਜਾ ਸਕਦਾ, ਸਰੀਰ ਹੀ ਨਹੀਂ ਜਾਂਦਾ। ਜੇ ਤਾਂ ਸਰੀਰ ਜਾਂਦਾ ਹੁੰਦਾ ਫਿਰ ਤਾਂ ਦੋ ਟੈਚੀ ਹੱਥਾਂ 'ਚ ਫੜ ਕੇ ਲੈ ਵੀ ਜਾਂਦੇ, ਵੀ ਚੱਲ ਆਹ ਵੀ ਲੈ ਚੱਲਦੇ। ਸਥੂਲ ਸਰੀਰ ਚੀਜ਼ ਨਾਲ ਹੀ ਨਹੀਂ ਜਾਂਦੀ। ਜਦੋਂ ਸੂਖਮ ਆਤਮਾ ਨਿਕਲਦੀ ਅੰਦਰੋਂ, 17 ਤੱਤਾਂ ਦੀ ਦੇਹ ਨਿਕਲਦੀ ਆ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਿਉਂਦੇ ਜੀ ਇਹ ਅਭਿਆਸ ਕਰਕੇ ਗੁਰਮੰਤਰ, ਮੂਲ ਮੰਤਰ ਬਾਣੀ ਦਾ, ਜਿਉਂਦੇ ਜੀ ਸਰੀਰ ਨੂੰ ਵੱਖਰਾ ਕਰਨਾ ਪੈਂਦਾ ਆਤਮਾ ਨਾਲੋਂ। ਗੁਰਮੁਖ ਜਿਉਂਦੇ ਜੀ ਸਰੀਰ ਛੱਡ ਲੈਂਦੇ ਆ, ਘੁੰਮ ਫਿਰ ਆਉਂਦੇ ਆ, ਤੇ ਜਿਉਂਦੇ ਜੀ ਅਭਿਆਸ ਹੋ ਜਾਂਦਾ। ਜਿਉਂਦੇ ਜੀ ਸੱਚਖੰਡ ਜਾ ਆਉਂਦੇ ਆ, ਫਿਰ ਮੁੜ ਆਉਂਦੇ ਆ, ਜਿਉਂਦੇ ਜੀ ਆਉਂ ਅਭਿਆਸ ਕਰੀ ਜਾਂਦੇ ਆ। ਜਦੋਂ ਉਹ ਘੜੀ ਆਉਂਦੀ ਅੰਤਮ, ਦੇਖਿਆ ਵੀ ਐਨ ਟਾਈਮ ਹੋ ਗਿਆ, ਚੰਗਾ ਵਹੀਂ ਹੁਣ ਚੱਲਦੇ ਆ, ਫਤਿਹ ਬੁਲਾਈ, ਚਲੋ ਗਏ। ਜਿਉਂਦੇ ਜੀ ਜੀਵਨ ਮੁਕਤ ਹੁੰਦੇ ਨੇ, ਅਭਿਆਸ ਕਰਕੇ ਹੁੰਦੀ ਅਵਸਥਾ। ਜਿਵੇਂ ਬਾਬਾ ਦੀਪ ਸਿੰਘ ਜੀ ਬਹੁਤ ਉੱਚੇ ਗੁਰਮੁਖ ਬ੍ਰਹਮ ਗਿਆਨੀ ਸਨ। ਹੁਣ ਬਾਬਾ ਜੀ ਲਈ ਤਾਂ ਕੋਈ ਖਾਸ ਗੱਲ ਹੀ ਨਹੀਂ ਸੀ ਜਿਹੜੀ ਉਹ ਆਪਾਂ ਸੁਣਦੇ ਹੀ ਰਹਿੰਦੇ ਆ। ਤੇ ਇਸ ਕਰਕੇ ਬ੍ਰਹਮ ਗਿਆਨੀ ਦਾ ਜਾਣਾ ਤੇ ਸੰਸਾਰੀ ਜੀਵ ਦਾ ਜਾਣਾ ਬਹੁਤ ਫਰਕ ਹੈ। ਗੁਰਮੁਖ ਤਾਂ ਜਿਉਂਦੇ ਜੀ ਰਾਤ ਨੂੰ ਤਾਂ ਸਾਰੇ ਲਗਭਗ ਸੱਚਖੰਡ 'ਚ ਹੀ ਹੁੰਦੇ ਨੇ, ਕਿਉਂਕਿ ਸੌਣ ਵੇਲੇ ਤਾਂ ਦੁਨੀਆ ਨੇ ਕਿਹੜਾ ਉਹਨੂੰ ਜਗਾਉਣਾ ਹੁੰਦਾ, ਸਰੀਰ ਛੱਡਿਆ ਉੱਪਰ, ਜਾਂ ਸਵੇਰ ਜੀ ਹੁੰਦੀ ਫੇਰ ਮੁੜ ਆਉਂਦੇ ਨੇ। ਇਸ ਕਰਕੇ ਉਹਨਾਂ ਦਾ ਤਾਂ ਘਰ ਹੀ ਸੱਚਖੰਡ ਹੈ। ਸੱਚਖੰਡ ਦੇ ਵਿੱਚ ਹੀ ਨਿਵਾਸ ਕਰਨਾ ਜਾ ਕੇ। ਸਾਧ ਸੰਗਤ ਧਰਤੀ ਤੇ ਸੱਚਖੰਡ ਹੈ, ਉੱਪਰ ਸੱਚਖੰਡ ਉੱਪਰ ਜਾ ਕੇ ਆ। ਉਹ ਜਿਹੜੇ ਇੱਥੇ ਸੰਗਤ 'ਚ ਰਹਿੰਦੇ ਨੇ ਉਹ ਉੱਪਰ ਵੀ ਸੰਗਤ 'ਚ ਨੇ, ਜਿਹੜੇ ਇੱਥੇ ਸ਼ਰਾਬਾਂ ਪੀ ਜਾਂਦੇ ਆ ਉੱਤੇ ਵੀ ਨਰਕਾਂ 'ਚ ਨੇ, ਜਿਹੜੇ ਇੱਥੇ ਐਸ਼ੋ ਇਸ਼ਰਤ ਕਰਦੇ ਆ, ਪੁੰਨਦਾਨ ਵੀ ਕਰੀ ਜਾਂਦੇ ਆ, ਉਹ ਐ ਸਵਰਗਾਂ ਨੂੰ ਚਲੇ ਜਾਂਦੇ ਨੇ। ਇਸ ਤਰੀਕੇ ਨਾਲ ਇੱਥੇ ਹੀ ਹਿਸਾਬ ਕਿਤਾਬ ਦਾ ਪਤਾ ਲੱਗ ਜਾਂਦਾ, ਮਨੁੱਖ ਦੀ ਬੋਲੀ ਤੋਂ, ਬੈਠਣ ਉੱਠਣ ਤੋਂ, ਇਹ ਬੰਦਾ ਕੀ ਕਰੇਗਾ, ਕਿੱਥੇ ਤੱਕ ਇਹਨੇ ਜਾਣਾ, ਪਿੱਛੋਂ ਕਿੱਥੋਂ ਆਇਆ ਇਹ ਵੀ ਪਤਾ ਲੱਗ ਜਾਂਦਾ, ਕਿਹੜੀ ਜੂਨ 'ਚੋਂ ਆਇਆ। ਕਿਉਂਕਿ ਉਹ ਜੂਨ ਵਾਲੀਆਂ ਆਦਤਾਂ 20,000 ਸਾਲ ਲੱਗ ਜਾਂਦੇ ਬਦਲਣ ਨੂੰ, ਬੰਦੇ ਨੂੰ 20,000 ਸਾਲ ਲੱਗਦੇ ਆ ਜਦ ਬੰਦਾ ਬਦਲਦਾ। ਬੰਦੇ ਦਾ ਪਤਾ ਲੱਗ ਜਾਂਦਾ। ਇੱਕ ਵਾਰ ਹਾਸੇ ਦੀ ਗੱਲ ਸੀ, ਦੋ ਸਿੰਘ ਖੜੇ ਆਪਸ ਵਿੱਚ, ਉਹ ਉਹਦੇ ਲੱਤ ਮਾਰਦਾ ਕਰੇ, ਉਹਦੇ ਮਾਰੇ। ਸੰਤ ਕਰਤਾਰ ਸਿੰਘ ਕਹਿੰਦੇ ਮਨੁੱਖਾ ਜਨਮ ਤਾਂ ਮਿਲ ਗਿਆ, ਪਰ ਟੀਟਣੇ ਮਾਰਨ ਦੀ ਆਦਤ ਨਹੀਂ ਗਈ ਖੋਤਿਆਂ ਵਾਲੀ ਤੁਹਾਡੀ। ਤੋ ਹੱਸਣ ਲੱਗੇ, ਕਹਿੰਦੇ ਪਿਛਲੇ ਜਨਮ 'ਚ ਖੋਤੇ ਹੀ ਹੋਣੇ ਇਹ ਦੋਨੋਂ ਜਾਣੇ। ਤੇ ਝਿੜਕਦੇ ਹੁੰਦੇ ਜੇ ਇੱਕ ਸਿੰਘ ਆਪਸ ਸ਼ਰਾਰਤਾਂ ਕਰਦੇ ਸੀ। ਸੋ ਇਸ ਕਰਕੇ ਇਹ ਵੀ ਪਿਛਲੇ ਜਨਮ ਦੀ ਕਿਰਿਆ ਇਸ ਜਨਮ 'ਚ ਜਾਂਦੀ ਨਹੀਂ। ਆ ਕਈਆਂ ਨੂੰ ਕਹਿੰਦੇ ਆਹ ਨਾ ਖਾਓ, ਆਹ ਨਾ ਖਾਓ, ਨਾ ਜੀ ਨਾ, ਅਸੀਂ ਤਾਂ ਇਹਦੇ ਬਿਨਾਂ ਰਹਿ ਹੀ ਨਹੀਂ ਸਕਦੇ, ਮਰ ਜਾਾਂਗੇ ਇਹਦੇ ਬਿਨਾਂ। ਪਿਛਲੇ ਜਨਮ 'ਚ ਮਾਸਾਹਾਰੀ ਜੀਵ ਆ, ਹੁਣ ਵੀ ਮਾਸ ਖਾਂਦਾ। ਪਿਛਲੇ ਜਨਮ ਜਿਹੜਾ ਸਤਸੰਗੀ ਹੁੰਦਾ, ਉਹ ਜਨਮ ਲੈਂਦੇ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦਾ, ਤੜਕੇ ਹੀ ਉੱਠ ਕੇ ਬਹਿ ਜਾਂਦਾ, ਸਿਮਰਨ ਕਰਨ ਲੱਗ ਜਾਂਦਾ। ਕਹਿੰਦੇ ਵੀ ਹੋਣਹਾਰ ਬੱਚਾ ਹੈ। ਇਸ ਕਰਕੇ ਪਿਛਲੇ ਸਾਰੇ ਜਨਮਾਂ ਦਾ ਹਿਸਾਬ ਕਿਤਾਬ ਨਾਲ ਨਾਲ ਹੀ ਤੁਰਿਆ ਆ ਰਿਹਾ ਹੈ। ਜਿਨ ਹੈ ਹੇਤ ਨਿਜ ਬਾਜੀ ਹਾਰੀ। ਸੋ ਜਿਨ੍ਹਾਂ ਨੇ ਇਸ ਤਰੀਕੇ ਨਾਲ ਆਪਣੀ ਜਿਹੜਾ ਨਾ ਇਸ ਹੇਤ ਕਰਕੇ, ਪਿਆਰ ਕਰਕੇ, ਮੋਹ ਕਰਕੇ ਮਨੁੱਖਾ ਜਨਮ ਦੀ ਬਾਜੀ ਹਾਰ ਲਈ। ਦੋਹਰਾ ਗਿਆਨਹੀਨ ਅਗਿਆਨ ਮਹਿ ਨਹਿ ਜਾਣਹਿ ਨਿਜ ਕਾਲ। ਜਿਹੜੇ ਲੋਕ ਨੇ ਨਾ ਸੰਸਾਰ ਦੇ ਅੰਦਰ ਅਲੱਗ-ਅਲੱਗ ਕਿਸਮ ਦੇ ਹਨ, ਸੋ ਆਪਣੀ ਮੌਤ ਨੂੰ ਜਿਹੜੇ ਨੇ ਨਾ ਉਹ ਜਾਣਦੇ ਨਹੀਂ ਹਨ, ਕਿਉਂਕਿ ਗਿਆਨਹੀਨ ਅਗਿਆਨ ਮੈਂ ਨਹਿ ਜਾਣੈ ਨਿਜ ਕਾਲ। ਗਿਆਨ ਤੋਂ ਹੀਣ ਅਗਿਆਨੀ ਮਨੁੱਖ ਆਪਣੀ ਮੌਤ ਨੂੰ ਨਹੀਂ ਜਾਣਦੇ ਕਿ ਮੌਤ ਕਦੋਂ ਵੀ ਹੋ ਸਕਦੀ ਹੈ। ਨੈਣਹੀਨ ਜਿਉ ਜਾਤ ਹੈ ਸਾਮਹਿ ਸਰਪ ਵਿਸਾਲ। ਕਹਿੰਦੇ ਬਿਲਕੁਲ ਬੰਦੇ ਦੀ ਉਹੀ ਹਾਲਤ ਹੈ ਜਿਵੇਂ ਅੱਖਾਂ ਨਾ ਹੋਣ ਕਿਸੇ ਬੰਦੇ ਦੀਆਂ, ਅੰਨਾ ਹੋਵੇ ਬੰਦਾ, ਤੁਰਿਆ ਜਾਂਦਾ ਹੋਵੇ ਰਾਹ ਤੇ, ਸਾਹਮਣੇ ਵੱਡਾ ਸਾਰਾ ਸੱਪ ਬੈਠਾ, ਉਹਨੂੰ ਨਹੀਂ ਪਤਾ ਕਿ ਅੱਗੇ ਸੱਪ ਬੈਠਾ, ਕਿ ਉਹ ਤਾਂ ਦੇਖ ਹੀ ਨਹੀਂ ਸਕਦਾ ਹੈ। ਉਹ ਤਾਂ ਉਦੋਂ ਹੀ ਪਤਾ ਲੱਗਣਾ ਜਦੋਂ ਉਹਨੇ ਜਾ ਕੇ ਸੱਪ ਦੇ ਕੋਲ ਗਿਆ, ਸੱਪ ਨੇ ਡੰਗ ਮਾਰ ਦਿੱਤਾ। ਇਸ ਤਰ੍ਹਾਂ ਹੀ ਮੌਤ ਹੈ ਸਾਡੇ ਸਾਹਮਣੇ, ਮੌਤ ਦਿਖਦੀ ਨਹੀਂ, ਇਨਸਾਨ ਤੁਰਿਆ ਜਾ ਰਿਹਾ, ਉਦੋਂ ਹੀ ਪਤਾ ਲੱਗ ਜਾਂਦਾ ਜੇ ਮੌਤ ਚੁੱਕ ਕੇ ਲੈ ਜਾਂਦੀ ਹੈ। ਚੌਪਈ ਕਰਣਾ ਕਰ ਸਤਿਗੁਰ ਜਿਸ ਭੇਟੈ। ਮਹਾਰਾਜ ਕਹਿੰਦੇ ਹੁਣ ਦੇਖ ਬਈ ਜਿਹਨੂੰ ਸਤਿਗੁਰੂ ਮਿਲ ਜਾਣ ਨਾ, ਉਹਨੂੰ ਕਲਿਆਣ ਦਾ ਉਪਦੇਸ਼ ਦੇ ਦਿੰਦੇ ਹਨ। ਇਹ ਗੁਰਾਂ ਦੀ ਪ੍ਰਾਪਤੀ ਦਾ ਫਾਇਦਾ ਹੈ, ਸਤਿਗੁਰੂ ਨਾਨਕ ਸਾਹਿਬ ਦੀ ਸੰਗਤ ਕਰਨ ਦਾ ਫਾਇਦਾ ਹੈ। ਤੇ ਕੋ ਲੱਗਹਿ ਨਾ ਜਮ ਕੀ ਫੇਟੈ। ਉਹਨੂੰ ਜਮਦੂਤ ਦੀ ਜਿਹੜੀ ਆ ਨਾ ਚੋਟ ਨਹੀਂ ਲੱਗਦੀ, ਫੇਟ ਨਹੀਂ ਲੱਗਦੀ,
ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਨ ਜਾਣੈ ਮਨ ਕੋਏ। ਕਰ ਉਪਦੇਸ਼ ਗਿਆਨ ਤੇ ਦੇ ਨੈਣਾ। ਸਤਿਗੁਰੂ ਜੀ ਉਪਦੇਸ਼ ਕਰਕੇ ਉਸ ਅੰਨੇ ਬੰਦੇ ਨੂੰ ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ। ਹਮ ਲਾਵੈ ਆਪਨ ਪਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਉਂ ਮਹਾਰਾਜ ਜੀ ਉਹਨੂੰ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ਼, ਗਿਆਨ ਦੇ ਨੇਤਰ ਦੇ ਦਿੰਦੇ ਨੇ। ਬੰਦੇ ਦੇ ਅੰਦਰ ਇੱਕ ਸੋਝੀ ਪੈਦਾ ਹੋ ਜਾਂਦੀ, ਗਿਆਨ ਪੈਦਾ ਹੋ ਜਾਂਦਾ। ਬੰਦੇ ਨਾਲੋਂ ਤਾਂ ਰਿਬੋਟ ਚੰਗਾ, ਆ ਰਿਬੋਟ ਨੂੰ ਸਾਰਾ ਅੰਦਰ ਫੀਡ ਕਰ ਦਿੰਦੇ ਨੇ। ਉਹ ਕੰਧ ਦੇਖ ਲੇ ਪਿੱਛੇ ਮੁੜ ਆਉਂਦਾ, ਸਾਰੀ ਕਿਰਿਆ ਚੰਗੀ ਭਲੀ ਕਰਦਾ। ਇਹ ਮਨੁੱਖ ਹੈ ਜਿਹੜਾ ਅਗਿਆਨਤਾ ਨਾਲ ਜਾ ਕੇ ਆਪੇ ਹੀ ਵਿਕਾਰਾਂ 'ਚ ਡਿੱਗੀ ਜਾਂਦਾ, ਹੋਰ ਥਾਂ ਤੇ ਡਿੱਗੀ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਸਤਿਗੁਰੂ ਨਾਨਕ ਦੇਵ ਜੀ ਮਿਲ ਜਾਣ, ਗੁਰਾਂ ਦਾ ਉਪਦੇਸ਼ ਮਿਲ ਜੇ, ਸਤਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਣ, ਪਹਿਲੀ ਗੱਲ ਤਾਂ ਇਹ ਜਿਹੜਾ ਸੰਗਤ ਵਿੱਚ ਆ ਕੇ ਇੱਕ ਵਾਰ ਬੈਠ ਗਿਆ, ਬਸ ਉੱਥੋਂ ਹੀ ਨੌ ਕੱਟਣੇ ਸ਼ੁਰੂ ਕਰਦਾ ਧਰਮ ਰਾਜਾ। ਬਸ ਬਈ ਇਹ ਗਿਆ ਆਪਣੇ ਕੋਲੋਂ, ਇਹ ਨਹੀਂ ਇੱਧਰ ਨੂੰ ਆਉਣ ਵਾਲਾ। ਇਹ ਗੁਰੂ ਨਾਨਕ ਸਾਹਿਬ ਦੀ ਸੰਗਤ 'ਚ ਬਹਿ ਗਿਆ ਜਾ ਕੇ, ਇਹ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰ ਰਿਹਾ ਹੈ। ਇਸ ਕਰਕੇ ਉਧਰੋਂ ਉਹਦੀ ਲਿਸਟ 'ਚੋਂ ਨਾਂ ਹੀ ਕੱਢਣਾ ਸ਼ੁਰੂ ਕਰਦੇ। ਜੇ ਛਕ ਲਿਆ ਅੰਮ੍ਰਿਤ, ਫਿਰ ਡਾਇਰੈਕਟ ਕਨੈਕਸ਼ਨ ਦਸਵੇਂ ਪਾਤਸ਼ਾਹ ਨਾਲ ਹੀ ਹੋ ਜਾਂਦਾ। ਫਿਰ ਜਿਹੜੀ ਕੋਈ ਗਲਤੀ ਕਰੇ, ਦੂਜੀ ਕਰੇ, ਇਹ ਮਸੰਦਾਂ ਨੇ ਗਲਤੀਆਂ ਕੀਤੀਆਂ, ਮਹਾਰਾਜ ਕਹਿੰਦੇ ਹੁਣ ਸਾੜਾਂਗੇ ਤਾਂ ਅਸੀਂ ਹੀ ਹੁਣ, ਕਿਉਂਕਿ ਨਰਕਾਂ ਤੋਂ ਹੁਣ ਤੁਹਾਨੂੰ ਜਾਣ ਨਹੀਂ ਦੇਣਾ। ਜਿਹੜੀ ਸਜ਼ਾ ਨਰਕਾਂ 'ਚ ਮਿਲਣੀ ਇੱਥੇ ਹੀ ਦੇ ਦਿੰਦੇ ਤੁਹਾਨੂੰ। ਫਿਰ ਮਹਾਰਾਜ ਨੇ ਅੱਗ ਲਾ ਲਾ ਕੇ ਸਾੜੇ ਕੜਾਹਾਂ 'ਚ ਸਾੜੇ ਤੱਤਾ ਗੁੜ ਪਾਇਆ ਸਿਰ 'ਚ, ਕਿਉਂਕਿ ਫਿਰ ਕਹਿੰਦੇ ਹੁਣ ਉੱਥੇ ਜਾ ਕੇ ਮੇਰਾ ਨਾਂ ਬਦਨਾਮ ਕਰੋਗੇ। ਉਹ ਬਾਰ-ਬਾਰ ਕਹਿਣਗੇ ਉਹ ਦਸਵੇਂ ਪਾਤਸ਼ਾਹ ਸਿੱਖ ਹੋ ਕੇ ਐਂ ਕੀਤਾ। ਕਹਿੰਦੇ ਇੱਥੇ ਹੀ ਤੁਹਾਨੂੰ ਲੋਟ ਕਰ ਦਿੰਦਾ, ਸਾਰਿਆਂ ਨੂੰ ਭੇਜ ਤਾਂ ਸੱਚਖੰਡ ਦਊਂਗਾ ਜਾਂ ਜਨਮ ਦੇ ਦੂੰਗਾ, ਪਰ ਕਟਾਪਾ ਮੈਂ ਆਪ ਹੀ ਕਰੂੰਗਾ ਤੁਹਾਨੂੰ। ਬੰਦ ਬੰਨ ਕੇ ਰੱਸਿਆਂ ਨਾਲ ਚੰਗੀ ਤਰ੍ਹਾਂ ਕਟਾਪੇ ਹੋਏ। ਫਿਰ ਇਸ ਕਰਕੇ ਡਾਇਰੈਕਟ ਲਿੰਕ ਮਹਾਰਾਜ ਨਾਲ ਹੈ। ਜੇ ਕੋਈ ਗਲਤੀ ਕਰੂਗਾ ਵੀ ਥੱਪੜ ਮਹਾਰਾਜ ਦਾ ਹੀ ਪੈਣਾ ਫਿਰ ਆਪਾਂ ਨੂੰ। ਮਹਾਰਾਜ ਇੱਥੇ ਆ ਪਿਛਲੇ ਵਾਰੀ ਆ ਹੁਣ ਮਾਰਚ ਅਪ੍ਰੈਲ 'ਚ ਜਦ ਮੈਂ ਇੰਗਲੈਂਡ ਸੀ, ਉੱਥੇ ਇਹ ਗੱਲ ਮੇਰੇ ਸਾਹਮਣੇ ਆਈ। ਇਸੇ ਤਰ੍ਹਾਂ ਹੀ ਇੱਕ ਗੱਲ ਇੱਥੇ ਸਾਹਮਣੇ ਆਈ ਸੀਗੀ। ਆ ਸ਼ਹਿਰ ਦੇ ਵਿੱਚ ਜਦੋਂ ਸਰੀ ਗਏ ਸੀਗੇ, ਉੱਥੇ ਇੱਕ ਡਾਕਟਰ ਸੀਗਾ, ਉਹ ਮਨੋਵਿਗਿਆਨੀ ਡਾਕਟਰ ਹੈ। ਜਿਹੜੇ ਲੋਕਾਂ ਨੂੰ ਕੁਛ ਐਵੇਂ ਹੀ ਹੋਰ ਅਟਪਟੀਆਂ ਚੀਜ਼ਾਂ ਦਿਖਣ ਲੱਗ ਜਾਂਦੀਆਂ, ਉਹ ਗੱਲਾਂ ਜੀਆਂ, ਉਹ ਮੇਰੇ ਕੋਲ ਡਾਕਟਰ ਮਿਲਣ ਆਇਆ। ਉਹਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਐਸੀਆਂ। ਕਹਿੰਦੇ ਕੋਈ ਅੰਮ੍ਰਿਤਧਾਰੀ ਸਿੰਘ ਸੀਗਾ ਤੇ ਉਹ ਲੜਕਾ ਉਹਦਾ ਨਾਲ, ਉਹ ਟ੍ਰੇਨ ਦੀ ਉਡੀਕ ਕਰ ਰਹੇ ਸੀ ਖੜੇ ਉੱਥੇ, ਤੇ ਕਹਿੰਦੇ ਅਚਾਨਕ ਉਹ ਕਹਿੰਦਾ ਉਹ ਮਰ ਗਿਆ, ਮੇਰੇ ਡੰਡੇ ਮਾਰਦਾ, ਕੋਈ ਡੰਡੇ ਮਾਰਦਾ। ਕਹਿੰਦਾ ਉਹਦੇ ਨੀਲ ਵੀ ਪਏ ਹੋਏ ਦੇਖੇ ਮੈਂ। ਕਹਿੰਦਾ ਵੀ ਡਾਕਟਰ ਸਿਆਣਾ ਗੁਰਸਿੱਖ ਸੀ। ਕਹਿਣ ਲੱਗਿਆ ਤੁਸੀਂ ਅੰਮ੍ਰਿਤਧਾਰੀ? ਕਹਿੰਦੇ ਹਾਂ ਜੀ। ਕੋਈ ਗਲਤੀ ਕੀਤੀ ਸੀ? ਕਹਿੰਦਾ ਸ਼ਰਾਬ ਪੀਤੀ ਸੀ ਕੱਲ। ਬਸ ਕਹਿੰਦਾ ਉਹ ਸ਼ਰਾਬ ਪੀਣ ਨਾਲ ਹੀ ਫਿਰ ਇੰਨਾ ਉੱਥੇ ਪਤਾ ਨਹੀਂ ਡੰਡਾ ਵੱਜਦਾ ਕਿੱਥੋਂ ਸੀ। ਉਹਦਾ ਲੜਕਾ ਕਹਿੰਦਾ ਇਹ ਤਾਂ ਨਹੀਂ ਪਤਾ ਲੱਗਿਆ ਡੰਡਾ ਵੱਜਦਾ ਕਿੱਥੋਂ ਸੀ। ਇਸ ਕਰਕੇ ਜਦੋਂ ਮਹਾਰਾਜ ਦੇ ਪੱਲੇ ਪੈ ਜਾਈਏ ਨਾ, ਫਿਰ ਸਤਿਗੁਰੂ ਦੇ ਜਦੋਂ ਹੋ ਜਾਈਏ, ਸਤਿਗੁਰੂ ਮਾੜੇ ਜਿਹੇ ਹੰਕਾਰ ਵੇਲੇ ਜਦੋਂ ਹੀ ਖਿੱਚ ਦਿੰਦੇ ਆ ਕੰਮ ਉਸੇ ਵਕਤ ਹੀ। ਜਿਹਨੂੰ ਸੰਭਾਲਣਾ ਮਹਾਰਾਜ ਨੇ, ਤੇ ਜਿਹਨੂੰ ਨਹੀਂ ਸੰਭਾਲਣਾ ਜਾਵੇ ਉਹ ਜਿੱਥੇ ਫਿਰ ਮਰਜੀ ਜਾਵੇ। ਜਦੋਂ ਗੁਰੂ ਵਾਲੇ ਬਣ ਗਏ ਤਾਂ ਗੁਰੂ ਨਹੀਂ ਸੰਭਾਲਣਾ। ਸੋ ਜਿਵੇਂ ਕੋਈ ਅੰਮ੍ਰਿਤ ਸੰਚਾਰ ਹੋਇਆ, ਬਹੁਤ ਸਾਲਾਂ ਦੀ ਪੁਰਾਣੀ ਗੱਲ, 40-50 ਸਾਲ ਪਹਿਲਾਂ ਦੀ, ਕੋਈ ਬੱਚਾ ਸੀ 8 ਸਾਲ ਦਾ, ਅੰਮ੍ਰਿਤ ਛਕਣ ਆਇਆ, ਤੇ 5 ਪਿਆਰਿਆਂ 'ਚ ਇੱਕ ਸਿੰਘ ਕਹਿੰਦਾ ਭਾਈ ਤੇਰੇ ਪਿਤਾ ਜੀ ਨਾਲ ਲੈ ਕੇ ਆ, ਤੂੰ ਹਲੇ ਛੋਟਾ, ਉਹਨਾਂ ਨੂੰ ਦੱਸਾਂਗੇ ਰਹਿਤ ਰਖਾਓ ਇਹਦੀ। ਸੋ ਆਪਣੇ ਪਿਤਾ ਨੂੰ ਲੈ ਕੇ ਆਇਆ ਨਾਲ। ਤੋ ਇਸੇ ਪ੍ਰਕਾਰ ਇਹ ਪੁਸਤਕ ਹੈਗੀ ਭਜਨ ਬੰਦਗੀ ਦਾ ਪ੍ਰਤਾਪ, ਮੇਜਰ ਹਰਭਜਨ ਸਿੰਘ ਦੀ ਲਿਖੀ ਹੋਈ ਆ। ਇਹ ਇੱਥੇ ਤਾਂ ਨਹੀਂ ਕਿਤੇ ਮਿਲਦੀ, ਟੋਰਾਂਟੋ ਸੱਚਾ ਸੌਦਾ ਗੁਰਮਤਿ ਪ੍ਰਚਾਰ ਸੁਸਾਇਟੀ ਵਾਲਿਆਂ ਤੋਂ ਮਿਲ ਜਾਂਦੀ ਹੈ, ਤੇ ਹੋ ਸਕਦਾ ਇਹ ਉਹ ਜਿੱਥੇ ਉਹਨਾਂ ਦੇ ਬੇਟੇ ਰਹਿੰਦੇ ਨੇ ਇੱਧਰ ਮੌਂਟਰੀਅਲ ਵੱਲ, ਉੱਥੋਂ ਵੀ ਮਿਲਦੀ ਹੈ। ਤੇ ਇਸ ਤਰੀਕੇ ਉਹਦੇ 'ਚ ਪੜ੍ਹੀ ਸੀ ਮੈਂ ਗੱਲ, ਤੇ ਉਹ ਕਹਿੰਦੇ ਵੀ ਇਹ ਜਿਹੜੀ ਚੀਜ਼ ਆ ਨਾ, ਮਨ ਦੇ ਅੰਦਰ ਉਹਨਾਂ ਦੇ ਵਿਚਾਰ ਆ ਗਏ। ਇਸ ਕਰਕੇ ਉਹ ਜਿਹੜੀ ਵਿਚਾਰ ਸੀ ਉਹ ਸਾਹਮਣੇ ਆਉਣ ਕਰਕੇ ਉਹਦੀ ਸਜ਼ਾ ਫਿਰ ਜੀਵਨ ਹੁੰਦੀ ਆ। ਥੋੜਾ ਜਿਹਾ ਵਿਚਾਰ ਕਰਦਿਆਂ ਉਧਰ ਧਿਆਨ ਚਲਾ ਜਾਣ ਕਰਕੇ ਉਹ ਮੇਰੇ ਮਨ ਦੇ ਅੰਦਰ ਵਿਚਾਰ ਹੀ ਪਾਸੇ ਹੋ ਗਈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਜਿਹੜੀਆਂ ਵਿਚਾਰਾਂ ਹੁੰਦੀਆਂ ਨੇ, ਉਹ ਸੁਣਾਉਂਦਿਆਂ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਤਾਂ ਫਿਰ ਇਹ ਕਦੇ ਵਿਚਾਰ ਆਪ ਜੀ ਅੱਗੇ ਰੱਖਾਂਗੇ। ਸਰਬ ਕਾਲ ਕੋ ਕਬ ਤੇ ਭੈ ਨਾ। ਇਸ ਕਰਕੇ ਜਿਹੜਾ ਹੈ ਨਾ, ਰੱਬ ਦੇ ਪਿਆਰੇ ਜਿਨ੍ਹਾਂ ਉੱਤੇ ਕਿਰਪਾ ਹੁੰਦੀ ਆ, ਉਹਨਾਂ ਨੂੰ ਕਦੇ ਭੈ ਨਹੀਂ ਹੁੰਦਾ। ਸੋ ਅੰਮ੍ਰਿਤ ਛਕਣ ਆਇਆ ਜਦੋਂ ਬੱਚਾ,
तो उस वक्त अपने पिता ਨੂੰ ਲੈ ਕੇ ਆ। ਇਹ ਮੇਜਰ ਹਰਭਜਨ ਸਿੰਘ ਕਾਫੀ ਉੱਚੀ ਅਵਸਥਾ ਦੇ ਮਾਲਕ ਸਨ। ਜਦੋਂ ਆਏ ਪੰਜਾਂ ਪਿਆਰਿਆਂ ਕੋਲੇ, ਕਹਿੰਦੇ ਹਾਂ ਜੀ ਭਾਈ ਸਾਹਿਬ ਕੀ ਹੁਕਮ ਹੈ? ਕਹਿੰਦੇ ਜੀ ਇਹ ਬੱਚਾ 8 ਸਾਲ ਦਾ ਹੈ, ਤੁਸੀਂ ਇਹਦੇ ਪਿਤਾ ਜੀ ਹੋ? ਕਹਿੰਦੇ ਹਾਂ ਜੀ। ਤੇ ਤੁਸੀਂ ਫਿਰ ਇੱਥੇ ਪੰਜਾਂ ਪਿਆਰਿਆਂ ਕੋਲੇ ਕਹੋ ਵੀ ਹਾਂ ਅਸੀਂ ਇਹਦੀ ਰਹਿਤ ਰਖਾਵਾਂਗੇ। ਮੇਜਰ ਹਰਭਜਨ ਸਿੰਘ ਬਹੁਤ ਸਿਆਣੇ ਸੀਗੇ, ਰੱਬ ਦੇ ਪਿਆਰੇ ਸੀਗੇ। ਉਹ ਕਹਿੰਦੇ ਮੈਂ ਤੁਹਾਨੂੰ ਸਿਰਫ ਇੱਕੋ ਹੀ ਗੱਲ ਪੁੱਛਣੀ ਹੈ ਵੀ ਜਦ ਅੰਮ੍ਰਿਤ ਛਕਾਤਾ ਇਹਨੂੰ ਤੇ ਤੁਸੀਂ ਫਿਰ ਇਹ ਕਹੋਗੇ ਵੀ ਮਾਤਾ ਸਾਹਿਬ ਕੌਰ ਤੇਰੀ ਮਾਤਾ, ਪਿਤਾ ਗੁਰੂ ਗੋਬਿੰਦ ਸਿੰਘ ਹੈ? ਕਹਿੰਦੇ ਇਹ ਤਾਂ ਕਹਾਂਗੇ। ਕਹਿੰਦੇ ਫਿਰ ਮੈਂ ਇਹਦਾ ਪਿਤਾ ਰਿਹਾ। ਇਸ ਕਰਕੇ ਇਹਦਾ ਜਿਹੜਾ ਪਿਤਾ ਜਦ ਗੁਰੂ ਗੋਬਿੰਦ ਸਿੰਘ ਬਣ ਗਿਆ ਉਹੀ ਰਹਿਤ ਰਖਾਊਗਾ ਨਾ। ਸੱਚੇ ਪਾਤਸ਼ਾਹ ਨੇ ਰਹਿਤ ਰਖਾਉਣੀ ਆ, ਮਹਾਰਾਜ ਨੇ ਕਿਰਪਾ ਕਰਨੀ ਆ। ਅੰਮ੍ਰਿਤ ਵੇਲੇ ਵੀ ਆਪੇ ਠਾਲਦੇ ਆ, ਨਿਤਨੇਮ ਵੀ ਆਪੇ ਕਰਾਉਂਦੇ ਆ। ਜਿੰਨੀ ਜਿੰਨੀ ਕਿਰਪਾ ਕਰਨੀ ਆ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਲਾਲ ਬਣ ਜਾਂਦੇ, ਪੁੱਤਰ ਬਣ ਜਾਂਦੇ ਨੇ, ਮਰਿਆਦਾ ਆਪ ਰਖਾਉਂਦੇ ਨੇ, ਆਪੇ ਹੀ ਕਿਰਪਾ ਕਰਦੇ ਨੇ। ਸੋ ਜਿਵੇਂ ਐਸੀਆਂ ਘਟਨਾਵਾਂ ਇੱਧਰ ਹੋ ਜਾਂਦੀ, ਜਿਵੇਂ ਕਿਸੇ ਅੰਗਰੇਜ਼ ਨੇ ਅੰਮ੍ਰਿਤ ਇੱਥੇ ਛਕਿਆ ਹੋਇਆ, ਕਿਸੇ ਸ਼ਹਿਰ ਦੀ ਗੱਲ ਦੱਸਦੇ ਸੀ। ਕਹਿੰਦੇ ਉਹ ਖੜਾ ਦਸਤਾਰ ਹੁਣ ਬੰਨੇ, ਉਹਨੂੰ ਬੰਨ੍ਹਣੀ ਨਾ ਆਵੇ। ਕਲਗੀਧਰ ਮਹਾਰਾਜ ਆਪ ਆ ਕੇ ਫਿਰ ਉਹਦੀ ਦਸਤਾਰ ਬੰਨ੍ਹਦੇ ਆ। ਹੈ ਨਹੀਂ ਹੈਰਾਨਗੀ ਦੀ ਗੱਲ? ਮਹਾਰਾਜ ਤਾਂ ਬਹੁਤ ਧਿਆਨ ਰੱਖਦੇ ਗੁਰਸਿੱਖਾਂ ਦਾ। ਇਸ ਤਰੀਕੇ ਨਾਲ ਜਿਹੜਾ ਮਹਾਰਾਜ ਦਾ ਬਣ ਜਾਂਦਾ, ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਹਦੇ ਆਪੇ ਪਹਿਰੇਦਾਰੀ ਕਰਦੇ ਹਨ। ਲਾਗੇ ਨਾਮ ਵੇਖੈ ਲਿਵ ਮਨ ਕੀ, ਉਹਨਾਂ ਦੀ ਲਿਵ ਨਾਮ ਦੇ ਵਿੱਚ ਲੱਗ ਜਾਂਦੀ ਹੈ ਗੁਰਾਂ ਦੀ ਕਿਰਪਾ ਨਾਲ। ਜਦੋਂ ਤੋਂ ਸੰਗਤ ਚ ਆ ਗਿਆ ਸਮਝ ਲਓ ਕਿਰਪਾ ਹੋਣੀ ਸ਼ੁਰੂ ਹੋ ਗਈ। ਜਦੋਂ ਤੋਂ ਫਿਰ ਗੁਰੂ ਵਾਲਾ ਬਣ ਗਿਆ ਫਿਰ ਹੋਰ ਕਿਰਪਾ ਹੋ ਗਈ, ਕਿਉਂਕਿ ਫਿਰ ਆਪਾਂ ਸਤਿਗੁਰੂ ਦੇ ਪੇਟੇ 'ਚ ਪੈ ਜਾਂਦੇ ਆ। ਜੇ ਕਰਮਾਂ ਦੇ ਵਿੱਚ ਕੋਈ ਕਮੀ ਵੀ ਹੋਵੇ ਨਾ, ਅੰਮ੍ਰਿਤ ਛਕਣ ਨਾਲ ਪੂਰੀ ਹੋ ਜਾਂਦੀ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਜਿਹੜਾ ਅਧੂਰਾਪਣਾ ਕਰਮਾਂ ਦੇ ਵਿੱਚ ਉਹ ਨਿਕਲ ਜਾਂਦਾ, ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪ ਧਿਆਨ ਰੱਖ ਕੇ ਸਿੰਘ ਦੀ ਪਾਲਣਾ ਕਰਦੇ ਹਨ। ਚਿਤ ਤੇ ਪ੍ਰੀਤ ਤਜੀ ਤਨ ਧਨ ਕੀ, ਹੁਣ ਜਿਨ੍ਹਾਂ ਦੇ ਨਾਮ 'ਚ ਪ੍ਰੀਤੀ ਲੱਗ ਗਈ ਉਹਨਾਂ ਨੇ ਆਪਣੇ ਮਨ ਦੇ ਅੰਦਰੋਂ ਤਨ ਦੀ, ਧਨ ਦੀ ਸਾਰੀ ਪ੍ਰੀਤੀ ਮੋਹ ਸਭ ਛੱਡ ਦਿੱਤਾ ਹੈ। ਪਰਮਾਰਥ ਮਹਿ ਦ੍ਰਿਸ਼ਟ ਲਗਾਈ, ਉਹਨਾਂ ਨੇ ਹੁਣ ਸਵਾਰਥ ਦੀ ਜਗ੍ਹਾ ਪਰਮਾਰਥ ਵਿੱਚ ਆਪਣੀ ਦ੍ਰਿਸ਼ਟੀ ਲਾ ਲਈ ਪਰਮਾਤਮਾ ਵੱਲ। ਜਗ ਕਾਰਜ ਤੇ ਬ੍ਰਿਤ ਉਠਾਈ, ਸੋ ਜਗ ਦੇ ਕੰਮਾਂ ਤੋਂ ਬਿਰਤੀ ਚੁੱਕ ਲਈ ਤਾਹਾਂ ਨੂੰ। ਉਹਨਾਂ ਨੇ ਮੰਨਿਆ ਸੁਰਤ ਹੋਵੇ ਮਨ ਬੁੱਧ, ਮਨ ਤੇ ਬੁੱਧ ਦੇ ਵਿੱਚ ਸੁਰਤ ਗਿਆਤ ਹੋ ਜਾਂਦੀ ਹੈ। ਸੋ ਇਸ ਕਰਕੇ ਉਹਨਾਂ ਨੇ ਆਪਣੀ ਬਿਰਤੀ ਜਿਹੜੀ ਸੀ ਤਾਹਾਂ ਚੁੱਕ ਲਈ। ਕੰਮਾਂ ਨੂੰ ਤਾਂ ਉਹੀ ਸਮਝਦੇ ਨੇ ਖੱਬੇ ਹੱਥ ਦੀ ਖੇਡ, ਜਾਂ ਕੰਮ ਹੀ ਕਰਨਾ, ਇੰਨੀ ਇੰਪੋਰਟੈਂਟ ਗੱਲ ਨਹੀਂ ਹੈਗੀ। ਗੱਲ ਤਾਂ ਹੈਗੀ ਨਿਤਨੇਮ ਦੀ, ਸਿਮਰਨ ਦੀ, ਭਗਤੀ ਦੀ। ਕੰਮ ਵੀ ਕਰੀ ਜਾਂਦੇ ਨੇ, ਸਿਮਰਨ ਵੀ ਕਰੀ ਜਾਂਦੇ ਨੇ। ਕੰਮ ਕੋਈ ਏਡੀ ਵੱਡੀ ਗੱਲ ਨਹੀਂ ਹੈ ਉਹਨਾਂ ਵਾਸਤੇ। ਇਸ ਕਰਕੇ ਉਹ ਇਹ ਸਮਝਦੇ ਇਹ ਤਾਂ ਦੌਲਤ ਗੁਜਰਾਨ ਹੈ, ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਣ ਲੈਂਦੇ ਹਨ। ਦੇਹਾ ਦਿਕ ਮਿਥਿਆ ਸਭ ਜਾਣੇ, ਉਹ ਸਾਰੇ ਦੇਹ ਆਦਿਕ ਜਿਹੜਾ ਪਦਾਰਥ ਹੈ ਸਭ ਸਰੀਰ ਸਮੇਤ ਮਿਥਿਆ ਜਾਣਦੇ ਨੇ ਵੀ ਸਭ ਕੁਝ ਝੂਠਾ ਹੈ। ਵਿਸ਼ੈ ਵਾਸਨਾ ਮਨ ਬਿਸਰਾਨੇ, ਵਿਸ਼ੇ ਵਾਸਨਾ ਉਹਨਾਂ ਦੇ ਮਨ ਦੇ ਵਿੱਚੋਂ ਵਿਸਰੀ ਜਾਂਦੀ ਹੈ। ਨਿਜ ਸਰੂਪ ਜੋ ਭਇਓ ਭੁਲਾਵਾ, ਉਹ ਨਿਜ ਸਰੂਪ ਦਾ ਜਿਹੜਾ ਆਪਾਂ ਨੂੰ ਭੁਲਾਵਾ ਹੋਇਆ ਸਾਰਿਆਂ ਨੂੰ, ਇਹੀ ਬਸ ਆਪਣੇ ਸਰੂਪ ਦਾ ਭੁੱਲਣਾ ਹੀ ਗਲਤੀ ਹੈ। ਜਿਵੇਂ ਲਿਖਿਆ ਨਾ, ਭੁੱਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ। ਆਪਣਾ ਆਤਮ ਰੂਪ ਭੁੱਲ ਗਿਆ, ਉਹ ਹੈ ਅਗਿਆਨ ਕਰਕੇ ਭੁੱਲਿਆ। ਤਾਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਾਪੂ। ਜਦੋਂ ਅੰਦਰ ਨੂੰ ਜਾਣ ਲਿਆ ਕਿ ਮੈਂ ਕੀ ਹਾਂ, ਹੁਣ ਆਪਣੇ 'ਚ ਇਹੀ ਗਲਤੀ ਵੀ ਆਪਾਂ ਜਿਹੜਾ ਬਾਹਰਲੇ ਸਰੀਰ ਨੂੰ ਆਪਾਂ ਮੰਨੀ ਜਾਂਦੇ ਹਾਂ ਵੀ ਮੈਂ ਫਲਾਨਾ ਹਾਂ। ਅਸਲ ਵਿੱਚ ਆਪਣਾ ਅਸਲ ਰੂਪ ਅੰਦਰ ਹੈ। ਉਸ ਰੂਪ ਨੂੰ ਜਦੋਂ ਪਹਿਚਾਣ ਲਿਆ ਕਿ ਮੈਂ ਆਤਮਾ ਹਾਂ, ਫਿਰ ਇਨਸਾਨ ਦੀ ਅਸਲੀ ਜ਼ਿੰਦਗੀ ਸ਼ੁਰੂ ਹੁੰਦੀ, ਮਨੁੱਖਾ ਜਨਮ ਫੇਰ ਸ਼ੁਰੂ ਹੁੰਦਾ। ਜਦ ਤੱਕ ਸਰੀਰ ਤੱਕ ਸੀਮਤ ਆ, ਪਦਾਰਥਾਂ ਤੱਕ ਸੀਮਤ ਆ, ਉਦੋਂ ਤੱਕ ਮਨੁੱਖਾ ਜਨਮ ਨਹੀਂ ਸ਼ੁਰੂ ਹੋਇਆ। ਉਦੋਂ ਤੱਕ ਤਾਂ ਐਵੇਂ ਖਾਣਾ ਪੀਣਾ ਮੌਜਾਂ ਕਰਨੀਆਂ ਲੱਗੀਆਂ ਰਹਿੰਦੀਆਂ। ਜਦੋਂ ਆਤਮਾ ਦਾ ਗਿਆਨ ਹੋ ਗਿਆ ਕਿ ਮੇਰੇ ਅੰਦਰ ਗਿਆਨ ਹੋਣਾ ਚਾਹੀਦਾ, ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਐ, ਬਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਦੇਹ ਜਾਣਨ ਕੋ ਚਿਤ ਲਲਚਾਵਾ, ਉਹਨੂੰ ਜਾਣਨ ਲਈ ਫਿਰ ਇਹਦਾ ਜਿਹੜਾ ਚਿੱਤ ਹੈ ਲਲਚਾਉਂਦਾ ਹੈ। ਪੰਡਤ ਦਾ ਵੀ ਲਲਚਾਇਆ, ਪਾਂਧੇ ਦਾ। ਮਹਾਰਾਜ ਆ ਤੇ ਬਹੁਤ ਕੰਨ ਖੋਲ ਦਿੱਤੇ ਸਾਡੇ। ਦੋਹਰਾ ਸਤ ਸੰਗਤ ਕੇ ਸੰਗ ਤੇ ਦ੍ਰਿੜ ਹੋਇਓ ਅਭਿਆਸ, ਸਤ ਸੰਗਤ ਵਿੱਚ ਜਾਣ ਕਰਕੇ ਨਾਮ ਦਾ ਅਭਿਆਸ ਪਰਪੱਕ ਹੋ ਗਿਆ ਹੌਲੀ ਹੌਲੀ।
ਜਦੋਂ ਸੰਗਤ ਵਿੱਚ ਹਰ ਪੰਕਤੀ ਪੜ੍ਹਦੇ ਆ ਹਰ ਕੁਝ ਨਾਮ ਤੇ ਹੀ ਗੱਲ ਆਉਂਦੀ, ਨਾਮ ਤੇ ਹੀ ਗੱਲ ਆਉਂਦੀ, ਮੁੜ ਮੁੜ ਕੇ ਫਿਰ ਨਾਮ। ਫਿਰ ਇਉਂ ਸੰਗਤ ਵਿੱਚ ਬਹਿਣ ਨਾਲ ਨਾਮ ਦਾ ਅਭਿਆਸ ਮਨ 'ਚ ਪੱਕ ਜਾਂਦਾ ਵੀ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਹੈ। ਗਇਓ ਭੁਲਾਵਾ ਭਰਮ ਕਾ ਸਹਿਜ ਸੁਖ ਹੈ ਪ੍ਰਕਾਸ਼। ਉਹ ਭਰਮ ਭੁਲਾਵਾ ਮਿਟ ਗਿਆ ਤੇ ਸੁਤੇ ਸਿੱਧ ਦੇ ਅੰਦਰ ਸੁਖ ਦੇ ਦੇਣ ਵਾਲਾ ਆਤਮਿਕ ਪ੍ਰਕਾਸ਼ ਹੋ ਗਿਆ। ਇਉਂ ਬਹਿ ਕੇ ਸਮਾਧੀਆਂ ਲਾਓ, ਨਾਮ ਜਪੋ, ਨਾਮ ਦੇ ਵਿੱਚ ਚਿੱਤ ਬਿਰਤੀ ਨੂੰ ਜੋੜੀਏ। ਸਤਿਗੁਰੂ ਸਾਡਾ ਵੀ ਭਰਮ ਭੁਲਾਵਾ ਮੇਟ ਦੇਣ ਅਤੇ ਸਾਨੂੰ ਵੀ ਪ੍ਰਕਾਸ਼ ਹੋ ਜਾਵੇ ਔਰ ਸਾਡੇ ਹਿਰਦੇ 'ਚ ਕਿਰਪਾ ਹੋ ਜਾਵੇ ਮਹਾਰਾਜ ਦੀ। ਸੋ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ। ਮਹਾਰਾਜ ਜੀ ਕਿਰਪਾ ਕਰਨ, ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ। ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ। ਮਹਾਰਾਜ ਦੇ ਅੱਗੇ ਬੇਨਤੀਆਂ ਕਰੀਏ, ਸਾਨੂੰ ਵੀ ਮਹਾਰਾਜ ਪ੍ਰਕਾਸ਼ ਬਖਸ਼ੋ, ਸਾਨੂੰ ਵੀ ਆਪਣਾ ਨਿਜ ਸਰੂਪ ਦਿਖਾਓ। ਇਹ ਬਾਹਰਲਾ ਸਰੂਪ ਹੀ ਦੇਖੀ ਜਾਣੇ, ਇਹਨੂੰ ਹੀ ਪਾਲੀ ਜਾਂਦੇ ਆ, ਇਹਦੇ ਉੱਤੇ ਹੀ ਜ਼ੋਰ ਲਾਇਆ ਪਿਆ ਹਰੇਕ ਨੇ। ਇਹਨੂੰ ਹੀ ਖੁਸ਼ਬੂਆਂ ਛਿੜਕੀ ਜਾਂਦਾ ਬੰਦਾ, ਇਹਨੂੰ ਹੀ ਰੋਟੀਆਂ ਖਵਾਈ ਜਾਂਦਾ। ਇਹ ਤਾਂ ਸਰੀਰ ਮਿੱਟੀ ਹੈ, ਮਿੱਟੀ ਇੱਥੇ ਹੀ ਰਹਿ ਜਾਣੀ ਆ। ਅਸਲ ਆਤਮਿਕ ਰੂਪ ਆਪਣੇ ਅੰਦਰ ਹੈ। ਜਦ ਆਤਮਿਕ ਗਿਆਨ ਹੋ ਗਿਆ ਜੀਵ ਨੂੰ, ਤਬ ਹੀ ਆਤਮ ਤੱਤ ਕੋ ਦਰਸੇ, ਪਰਮ ਪੁਰਖ ਕਹਿ ਪਾਵੈ। ਇਸ ਕਰਕੇ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ, ਨਾਮ ਦੇ ਨਾਲ ਜੁੜੀਏ, ਆਤਮਿਕ ਰੂਪ ਨੂੰ ਜਾਣ ਲਈਏ ਆਪਣੇ ਨੂੰ। ਆਓ ਆਪਣੇ ਅੰਦਰ ਆਪਣੀ ਆਤਮਾ ਨੂੰ ਦੇਖਦੇ ਹੋਏ ਆਪਾਂ ਆਵਾਜ਼ ਦਈਏ ਕਿ ਮੇਰੇ ਅੰਦਰ ਵੀ ਪ੍ਰਮਾਤਮਾ ਹੈ, ਬਾਹਰ ਵੀ ਪ੍ਰਮਾਤਮਾ ਹੈ। ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਵਾਹਿਗੁਰੂ 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 ਗਿਆਨ ਅੰਜਨ ਗੁਰ ਦਿਆ, ਗਿਆਨ ਅੰਜਨ ਗੁਰ ਦਿਆ, ਗਿਆਨ ਅੰਜਨ ਗੁਰ ਦਿਆ, ਗਿਆਨ ਅੰਜਨ ਗੁਰ ਦਿਆ। ਅਗਿਆਨ ਅੰਧੇਰ ਬਿਨਾਸ਼, ਅਗਿਆਨ ਅੰਧੇਰ ਬਿਨਾਸ਼, ਅਗਿਆਨ ਅੰਧੇਰ ਬਿਨਾਸ਼, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਹਰ ਕਿਰਪਾ ਤੇ ਸੰਤ ਭੇਟਿਆ, ਹਰ ਕਿਰਪਾ ਤੇ ਸੰਤ ਭੇਟਿਆ, ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪਰਗਾਸ, ਨਾਨਕ ਮਨ ਪਰਗਾਸ, ਨਾਨਕ ਮਨ ਪਰਗਾਸ, ਨਾਨਕ ਮਨ ਪਰਗਾਸ। ਵਾਹਿਗੁਰੂ 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 ਵਾਹਿਗੁਰੂ।